ਜਿਨੇ ਹਰਦਮ ਪੂਜਿਆ ਅਕਾਲ ਨੂੰ, ਸੀਸ ਝੁਕਦਾ ਹੈ ਗੁਜਰੀ ਦੇ ਲਾਲ ਨੂੰ। ਧੰਨ ਕੁਰਬਾਨੀਆਂ ਦਾਤਿਆ ਸ਼ਹਿਨਸ਼ਾਹ, ਧੰਨ ਕੁਰਬਾਨੀਆਂ ਧੀ ਪੁੱਤਰਾਂ ਦੇ ਦਾਨੀਆਂ। ਬਾਪੂ ਦਿੱਲੀ ਵਾਲੇ ਹੱਸ ਹੱਸ ਤੋਰਿਆ, ਜਦੋਂ ਵੇਖੇ ਸੀ ਤੂੰ ਰੋਂਦੇ ਕਮਜ਼ੋਰਿਆ। ਕੀਤੀ ਮਿਹਰਬਾਨੀਆਂ ਦਾਤਿਆ ਸ਼ਹਿਨਸ਼ਾਹ, ਧੰਨ ਕੁਰਬਾਨੀਆਂ ਧੀ ਪੁੱਤਰਾਂ ਦੇ ਦਾਨੀਆਂ। ਦਾਤਿਆ ਸ਼ਹਿਨਸ਼ਾਹ, ਧੰਨ ਕੁਰਬਾਨੀਆਂ ਧੀ ਪੁੱਤਰਾਂ ਦੇ ਦਾਨੀਆਂ। ਛੋਟੇ ਲਾਲ ਦੋਵੇਂ ਹਰਮਨ ਭਾਗ ਗਏ, ਆਪਾਂ ਹੱਸ ਹੱਸ ਕੰਡਾ ਚੁਰਚਣਾ ਗਏ। ਤੂੰ ਰੱਖੀ ਨਾ ਨਿਸ਼ਾਨੀਆਂ ਦਾਤਿਆ ਸ਼ਹਿਨਸ਼ਾਹ, ਧੰਨ ਕੁਰਬਾਨੀਆਂ ਧੀ ਪੁੱਤਰਾਂ ਦੇ ਦਾਨੀਆਂ। माता गुजरी वतन लेके लादती, दुखी हिंद वाली आबरू बचा दती। पंथ दे अबानिया दातिया शहनशाह, धन कुर्बानिया की पुत्रा दे दानिया।
ਰੋੜਾਂ ਉੱਤੇ ਸ਼ੁਕਰ ਗੁਜ਼ਾਰਦਾ। ਮਾਛੀਵਾੜੇ ਵਿੱਚ ਸੁੱਤਿਆ ਜਾਗਦਾ ਸਈ, ਇਹ ਕੀ ਸੋਹਣਿਆ ਖੇਲ ਰਚਾ ਬੈਠੋ। ਵਾਗ ਨੀਲੇ ਦੀ ਕਿਧਰ ਨੂੰ ਮੋੜ ਕੇ ਤੇ ਚਿੱਟਾ ਬਾਜ ਵੀ ਹੱਥੋਂ ਉਡਾ ਬੈਠੋ। ਨਾ ਮਾਤ ਗੁਜਰੀ ਤੇ ਨਾ ਲਾਲ ਚਾਰੇ, ਪੰਜ ਪਿਆਰੇ ਵੀ ਦਿਲੋਂ ਭੁਲਾ ਬੈਠੋ। ਤਖਤ ਛੱਡ ਕੇ ਪੂਰੀ ਆਨੰਦ ਵਾਲਾ ਤੇਰੇ ਜੰਗਲਾਂ ਦੇ ਵਿੱਚ ਲਾ ਬੈਠੋ। ਡੇਰੇ ਜੰਗਲਾਂ ਦੇ ਵਿੱਚ ਲਾ ਬੈਠੋ। ਮਾਂ ਗੁਜਰੀ ਨੇ ਦੁਨੀਆ ਅੰਦਰ ਐਸਾ ਪੁੱਤਰ ਜਨਿਆ, ਜਿਸ ਦੇ ਦਿਹਾਨ ਹੋਣਾ ਕੋਈ ਤੇ ਨਾ ਕੋਈ ਪਿੱਛੇ ਬਣਿਆ। ਹਰ ਸੁੱਖ ਕੋਲੋਂ ਦੂਰ ਰਿਹਾ, ਹਰ ਦੁੱਖ ਦੇ ਪਰ ਨੇੜੇ। ਜ਼ਬਰ ਜ਼ੁਲਮ ਨੂੰ ਰੋਕਣ ਖਾਤਰ ਜਾਬਰ ਸਾਵੇਂ ਤਣਿਆ। ਧਨ ਜਿਗਰਾ ਹੈ ਮੋਤੀਆ ਤਾਰ ਦਾ, ਸੌਂਕੇ ਰੋੜਾਂ ਉੱਤੇ ਸ਼ੁਕਰ ਗੁਜ਼ਾਰਦਾ। ਕੋਈ ਨਾ ਤੇਰਾ ਸਾਨੀਆਂ ਲਾਤਿਆ ਸ਼ਹਿਨਸ਼ਾਹ, ਧਨ ਕੁਰਬਾਨੀਆਂ ਜੀ ਪੁੱਤਰਾਂ ਦੇ ਦਾਨੀਆਂ, ਜੀ ਪੁੱਤਰਾਂ ਦੇ ਦਾਨੀਆਂ, ਜੀ ਪੁੱਤਰਾਂ ਦੇ ਦਾਨੀਆਂ। ਮਿਲਣ ਵੇਲੇ ਹਰ ਬੰਦਾ ਇਹ ਪੁੱਛਦਾ ਏ, ਮਿਲਣ ਵੇਲੇ ਹਰ ਬੰਦਾ ਇਹ ਪੁੱਛਦਾ ਏ, ਤੇਰਾ ਮਿੱਤਰਾ ਆਰ ਪਰਿਵਾਰ ਕਿਤਨਾ। ਮਿਲਣ ਵੇਲੇ ਹਰ ਬੰਦਾ ਇਹ ਪੁੱਛਦਾ ਏ, ਤੇਰਾ ਮਿੱਤਰਾ ਆਰ ਪਰਿਵਾਰ ਕਿਤਨਾ। ਕਿਤਨੇ ਪੁੱਤਰ ਧੀਆਂ, ਕਿਤਨੀਆਂ ਮੱਝੀ ਗਾਈ, ਲੈਣ ਦੇਣ ਦਾ ਚੱਲੇ ਵਿਹਾਰ ਕਿਤਨਾ। ਜਾਇਦਾਦ ਕਿਤਨੀ, ਕਿਤਨਾ ਨਗਦਨਾਮਾ, ਤੇਰਾ ਦੁਨੀਆ ਦੇ ਵਿੱਚ ਸਤਿਕਾਰ ਕਿਤਨਾ। ਐ ਪਰ ਕੋਈ ਨਾ ਪੁੱਛਦਾ ਯਾਰ ਪੰਛੀ, ਤੇਰਾ ਰੱਬ ਦੇ ਨਾਲ ਪਿਆਰ ਕਿਤਨਾ। ਚਵਰ ਛਤਰ ਤਖਤ ਦੇ ਮਾਲਕ, ਦੀਨ ਦੁਨੀਆ ਦੇ ਵਾਲੀ, ਸਮਰੱਥ ਗੁਰੂ, ਦਸਾਂ ਪਾਤਸ਼ਾਹੀਆਂ ਦੇ ਆਤਮਿਕ ਸਰੂਪ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਦੇਵਤਿਆਂ ਸਮਾਨ ਚੌਕੜੇ ਲਾ ਕੇ ਜੁੜ ਬੈਠੇ ਸੰਧਿਆ ਦੇ ਵਕਤ ਸਜੇ ਦੀਵਾਨ ਅੰਦਰ ਸਰਬੱਤ ਮਾਈ ਭਾਈ ਸਿੱਖ ਸੰਗਤ। ਆਓ ਸਭ ਤੋਂ ਪਹਿਲਾਂ ਗੁਰਦੇਵ ਬਾਜਾਂ ਵਾਲੇ ਕਲਗੀਧਰ ਪਾਤਸ਼ਾਹ ਮਹਾਰਾਜ ਦੀ ਬਖਸ਼ਿਸ਼ ਫਤਿਹ ਦੇ ਸਿਮਰਨ ਦੇ ਨਾਲ ਆਪਣੇ ਢਾਡੀ ਜਥੇ ਵੱਲੋਂ ਹਾਜ਼ਰੀ ਲਵਾਉਣੀ ਚਾਹੁੰਦਾ ਔਰ ਆਸ ਕਰਦਾ ਹਾਂ ਫਤਿਹ ਦਾ ਯੋਗ ਉੱਤਰ ਦੇ ਕੇ ਧੰਨਵਾਦੀ ਬਣਾਓਗੇ। ਕੋਈ ਵੀ ਰਸਨਾ ਫਤਿਹ ਦੇ ਸਿਮਰਨ ਤੋਂ ਵਾਂਝੀ ਨਾ ਰਹਿ ਜਾਏ। ਸਰਬੱਤ ਸੰਗਤ ਅਦਬ ਸਹਿਤ ਸਤਿਗੁਰਾਂ ਨੂੰ ਸੀਸ ਝੁਕਾ ਕੇ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਜੀ ਦੇ ਨਰਾਲੇ ਚੋਜਾਂ ਦੀ ਬਾਤ ਆਪ ਜੀ ਦੇ ਪਰਿਵਾਰ ਦੇ ਉੱਤੇ, ਗੁਰਸਿੱਖਾਂ ਦੇ ਉੱਤੇ ਜੋ ਇਹਨਾਂ ਦਿਨਾਂ ਵਿੱਚ ਮੁਸੀਬਤਾਂ ਦੇ ਪਹਾੜ ਡਿੱਗੇ, ਮੇਰੇ ਗੁਰਦੇਵ ਪਾਤਸ਼ਾਹ ਮਹਾਰਾਜ ਸਮੇਤ ਚਾਰੇ ਸਾਹਿਬਜ਼ਾਦੇ, ਮਾਤਾ ਗੁਜਰ ਕੌਰ ਤੇ ਸਾਰੇ ਸਿੰਘਾਂ ਨੇ ਇਹਨਾਂ ਮੁਸੀਬਤਾਂ ਦਾ ਟਾਕਰਾ ਖੇੜੇ ਮੱਥੇ ਕੀਤਾ। ਸ਼ਹਾਦਤਾਂ ਵੀ ਦਿੱਤੀਆਂ, ਦੁੱਖ ਵੀ ਝੱਲੇ, ਪਰ ਯਾਦ ਰੱਖੋ ਉਹ ਚੜ੍ਹਦੀ ਕਲਾ ਵਿੱਚ ਰਹੇ, ਉਹਨਾਂ ਦਾ ਹੌਸਲਾ ਪਸਤ ਨਾ ਹੋਇਆ।
ਉਹਨਾਂ ਦੇ ਹੌਸਲੇ ਵਿੱਚ ਕਮੀ ਨਾ ਆਈ, ਬਲਕਿ ਉਹ ਚੜ੍ਹਦੀ ਕਲਾ ਵਿੱਚ ਬਾਜਾਂ ਵਾਲੇ ਗੁਰਦੇਵ ਪਾਤਸ਼ਾਹ ਮਹਾਰਾਜ ਤੋਂ ਆਪਣਾ ਆਪ ਵਾਰਨ ਵਾਸਤੇ ਹਰ ਪਲ ਤਿਆਰ ਰਹੇ। ਤੋ ਐਸੇ ਦਿਨਾਂ ਦੀ ਦਾਸਤਾਨ ਸਿੱਖ ਸੰਗਤ ਸਰਵਣ ਕਰਨ ਵਾਸਤੇ ਗੁਰੂ ਚਰਨਾਂ ਵਿੱਚ ਇਹਨਾਂ ਦਿਨਾਂ ਵਿੱਚ ਵਿਸ਼ੇਸ਼ ਤੌਰ ਤੇ ਹਾਜ਼ਰ ਹੁੰਦੀ ਹੈ ਹਰ ਥਾਂ ਤੇ। ਤੋ ਗੁਰਦੁਆਰਾ ਦਸ਼ਮੇਸ਼ ਦਰਬਾਰ ਈਸਟ ਲੰਡਨ ਵਿਖੇ, ਜਿੱਥੋਂ ਦੀ ਦਾਸਤਾਨ, ਜਿੱਥੋਂ ਦੇ ਗੁਰਮੁਖ ਪਿਆਰਿਆਂ ਦੀ ਪਿਆਰ ਭਰੀ ਗਾਥਾ ਮੈਂ ਬਹੁਤ ਸਾਰੇ ਢਾਡੀ ਜਥਿਆਂ ਦੇ ਪਾਸੋਂ, ਗੁਰਮੁਖਾਂ ਦੇ ਪਾਸੋਂ ਸਰਵਣ ਕਰਦਾ ਹੈ। ਅੱਜ ਪਹਿਲੇ ਦਿਨ ਇਸ ਅਸਥਾਨ ਤੇ ਹਾਜ਼ਰੀ ਭਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ ਮੇਰੇ ਵੀਰ ਭਾਈ ਰਸਾਲ ਸਿੰਘ ਜੀ ਚੋਲਾ ਸਾਹਿਬ, ਜਿਨ੍ਹਾਂ ਨੇ ਆਪ ਪ੍ਰਬੰਧਕਾਂ ਦਾ, ਸੰਗਤਾਂ ਦਾ ਹੁਕਮ ਦਾਸ ਤੱਕ ਪਹੁੰਚਾ ਕੇ ਸੰਗਤਾਂ ਨੂੰ ਦਰਸ਼ਨ ਦਿਦਾਰੇ ਕਰਵਾਏ ਨੇ। ਮੈਂ ਉਹਨਾਂ ਵੀਰਾਂ ਦਾ ਵੀ ਧੰਨਵਾਦ ਕਰਦਾ, ਸੰਗਤ ਦਾ, ਗੁਰਸਿੱਖਾਂ ਦਾ, ਪ੍ਰਬੰਧਕਾਂ ਦਾ ਧੰਨਵਾਦ ਕਰਦਾ। ਇਸੇ ਨਾਲ ਮੈਂ ਆਪ ਸੰਗਤ ਦੀ ਸੇਵਾ ਵਿੱਚ ਨਿਯਤ ਕੀਤੇ ਵਕਤ ਅਨੁਸਾਰ ਬਾਜਾਂ ਵਾਲੇ ਗੁਰਦੇਵ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੀ ਗਾਥਾ ਕਹਿਣ ਦਾ ਯਤਨ ਕਰਾਂਗਾ। ਦਿਨੇ ਮੈਂ ਵਿਚਾਰ ਕਰ ਰਿਹਾ ਸੀ ਭਾਈ ਸਿਮਰਨ ਸਿੰਘ ਜੀ ਹੋਣਾ ਦੇ ਨਾਲ, ਤੋ ਆਪ ਜੀ ਵੱਲੋਂ ਕੁਝ ਗੁਰਮਤਾ ਕਰਕੇ ਥੋੜਾ ਜਿਹਾ ਇਸ਼ਾਰਾ ਦਿੱਤਾ ਗਿਆ ਸੀ। ਚੰਗੀ ਗੱਲ ਹੈ, ਮੈਂ ਸਮਝਦਾ ਐਸਾ ਹੋਣਾ ਵੀ ਚਾਹੀਦਾ ਹੈ। ਵੇਖੋ, ਇਤਿਹਾਸ ਤਾਂ ਭਾਵੇਂ ਉਹੀ ਹੈ, ਬਾਰ-ਬਾਰ ਦੁਹਰਾਇਆ ਜਾਏ, ਕਦੇ ਪੁਰਾਣਾ ਹੋਣ ਵਾਲਾ ਨਹੀਂ। ਜਿੰਨੀ ਵਾਰ ਗੁਰੂ ਕੇ ਇਤਿਹਾਸ ਨੂੰ ਸੁਣਾਂਗੇ, ਪਿਆਰ ਦੇ ਨਾਲ ਕੋਈ ਸੁਣਾਉਣ ਵਾਲਾ ਹੋਵੇ ਤੇ ਪਿਆਰ ਦੇ ਨਾਲ ਕੋਈ ਸੁਣਨ ਵਾਲਾ ਹੋਵੇ, ਦੁਆਲੀ ਖਿੱਚ ਐਸੀ ਬਣ ਜਾਏ, ਸਾਡੀ ਪ੍ਰੀਤ, ਸਾਡੀ ਮੁਹੱਬਤ, ਸਾਡਾ ਸਨੇਹ ਗੁਰੂ ਚਰਨਾਂ ਨਾਲ ਬਣ ਜਾਏ, ਇਹਦੇ ਨਾਲ ਦੀ ਹੋਰ ਵਡਿਆਈ ਕੀ ਹੋ ਸਕਦੀ ਹੈ। ਪਰ ਨਾਲ ਹੀ ਨਾਲ ਜੇ ਨਿਰੰਤਰ ਲਗਾਤਾਰ ਉਹ ਇਤਿਹਾਸ ਸੰਗਤ ਦੀ ਸੇਵਾ ਵਿੱਚ ਕਿਹਾ ਜਾ ਰਿਹਾ ਹੈ, ਤੇ ਜੇ ਕੁਝ ਹੋਰ ਅਗੇਰੇ ਦੀ ਗਾਥਾ ਐਸੇ ਦੀਨਦਿਆਲ ਸਤਿਗੁਰਾਂ ਦੀ ਕਹੀ ਜਾਏ, ਇਹਦੇ ਵਿੱਚ ਵੀ ਕੋਈ ਦੁਬਿਧਾ ਵਾਲੀ ਬਾਤ ਨਹੀਂ। ਤੋ ਮੈਂ ਆਪ ਜੀ ਦੇ ਨਾਲ ਇੱਥੋਂ ਕੋਈ ਗਾਥਾ ਆਰੰਭ ਕਰਦਾ ਹੈ। ਸਿਰਫ ਉਹਨਾਂ ਤੱਥਾਂ ਨੂੰ ਟੱਚ ਕਰਨ ਦਾ ਯਤਨ ਕਰਾਂਗਾ ਜਿਹੜੇ ਦਿਹਾੜੇ ਚੱਲ ਰਹੇ ਨੇ ਜਾਂ ਬਤੀਤ ਹੋਏ ਨੇ। ਇੱਕ ਵਿਦਵਾਨ ਨੇ ਬੜਾ ਸੋਹਣਾ ਲਿਖਿਆ ਹੈ, ਉਹ ਕਹਿੰਦਾ, ਇਹੋ ਜਿਹਾ ਬਖਸ਼ਿੰਦ ਸਰਬੰਸ ਦਾਨੀ, ਇਹੋ ਜਿਹਾ ਬਖਸ਼ਿੰਦ ਸਰਬੰਸ ਦਾਨੀ, ਪਰਮ ਪੁਰਖ ਨੇ ਘੱਲਿਆ ਦੇਸ਼ ਸਾਡੇ, ਜਿਹਦੇ ਲਹੂ ਨਖਾਰੇ ਨੇ ਅੰਗ ਸਾਡੇ, ਜਿਹਦੇ ਖੰਡੇ ਸ਼ਿੰਗਾਰੇ ਨੇ ਕੇਸ ਸਾਡੇ, ਉਕਰੇ ਮੱਥੇ ਤੇ ਦਾਗ ਬਦਨਾਮੀਆਂ ਦੇ, ਧੋਤੇ ਲਹੂ ਦੇ ਨਾਲ ਨੇ ਇਸ ਸਾਡੇ, ਖਾਰੀ ਦੇਸ਼ ਦੀ ਭਰੀ ਮੁਸੀਬਤਾਂ ਦੀ, ਚੁੱਕੀ ਸੀਸ ਤੇ ਬਾਲੇ ਦਸ਼ਮੇਸ਼ ਸਾਡੇ। ਰੱਤੀ ਰਤ ਨਾ ਰਹੀ ਗੁਲਾਲ ਅੰਦਰ, ਰੱਤੀ ਰਤ ਵਿੱਚ ਰਤ ਗੁਲਾਲ ਦੀਏ, ਕਣੀ ਕਣੀ ਵਿੱਚ ਰਤ ਦਸ਼ਮੇਸ਼ ਦੀਏ, ਕਿਤੇ ਪਿਤਾ ਦੀਏ ਕਿਤੇ ਲਾਲ ਦੀਏ। ਆਓ ਦੀਦਾਰ ਕਰੀਏ। ਮੇਰੇ ਬਾਜਾਂ ਵਾਲੇ ਗੁਰਦੇਵ ਪਾਤਸ਼ਾਹ ਮਹਾਰਾਜ ਆਨੰਦਪੁਰ ਸਾਹਿਬ ਦਾ ਕਿਲਾ ਛੱਡ ਦਿੰਦੇ ਨੇ। ਸਰਸਾ ਦੇ ਕਿਨਾਰੇ ਤੇ ਆਣ ਕੇ ਪਰਿਵਾਰ ਦਾ ਵਿਛੋੜਾ ਪੈ ਗਿਆ, ਜੰਗ ਯੁੱਧ ਹੋਏ, ਇੱਥੇ ਇਲਾਹੀ ਬਾਣੀ ਦਾ ਕੀਰਤਨ ਹੋਇਆ। ਅੰਮ੍ਰਿਤ ਵੇਲੇ ਦੀ ਦਾਤ ਨਾ ਗਝਾਉਣ ਵਾਸਤੇ ਮੇਰੇ ਸਤਿਗੁਰੂ ਮਾਰਗਦਰਸ਼ਕ ਬਣੇ। ਗੁਰਸਿੱਖਾ, ਸਮਾਂ ਦੁੱਖ ਦਾ ਆਏ, ਸਮਾਂ ਦੁੱਖ ਦਾ ਆਏ, ਇਸ ਸਿਮਰਨ ਤੋਂ ਦੂਰ ਨਾ ਚਲਾ ਜਾਏ। ਨਿਤ ਨੇਮ ਦੀ ਦਾਤ ਜਿਹੜੀ ਉਹਨੂੰ ਸੰਭਾਲ ਕੇ ਰੱਖੀ। ਪਰਿਵਾਰ ਦਾ ਵਿਛੋੜਾ ਪਿਆ, ਸਰਸਾ ਨਦੀ ਤੇ ਵਰਤਿਆ ਇੰਜ ਭਾਣਾ, ਸਿੰਘ ਸਿੰਘਾਂ ਤੋਂ ਬੇਸ਼ੁਮਾਰ ਵਿਛੜੇ, ਕਲਗੀ ਧਾਰ ਤੋਂ ਵਿਛੜ ਗਈ ਮਾਂ ਗੁਜਰੀ, ਕਈ ਸਿੰਘ ਵਿਛੜੇ ਸੇਵਾਦਾਰ ਵਿਛੜੇ, ਫਤਿਹ ਸਿੰਘ ਜੀ ਲਾਡਲੇ ਜੋਰਾਵਰ ਤੋਂ, ਵੱਡੇ ਵੀਰ ਅਜੀਤ ਜੁਝਾਰ ਵਿਛੜੇ, ਮੜਾ ਮੋਹੀ ਗ੍ਰੰਥ ਤੇ ਲੱਖਾਂ ਮੋਹਰਾ ਕਰਕੇ ਨਦੀ ਦੀ ਭੇਟ ਦਾਤਾਰ ਵਿਛੜੇ। ਐਪਰੇ ਆਖਿਆ ਗੁਰੂ ਗੋਬਿੰਦ ਸਿੰਘ ਨੇ, ਭਾਵੇਂ ਸਾਰੇ ਦਾ ਸਾਰਾ ਪਰਿਵਾਰ ਵਿਛੜੇ, ਰੱਖਿਆ ਗਊ ਗਰੀਬ ਦੀ ਕਰਨ ਵਾਲੀ, ਮੇਰੇ ਹੱਥੋਂ ਨਾ ਮੇਰੀ ਤਲਵਾਰ ਵਿਛੜੇ। ਪਰਿਵਾਰ ਤਿੰਨ ਹਿੱਸਿਆਂ ਵਿੱਚ, ਯਾਦ ਰੱਖਿਓ ਚੌਥਾ ਹਿੱਸਾ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਨੂੰ ਆਪਣੇ ਪਰਿਵਾਰ ਦਾ ਮੰਨਦੇ ਨੇ। ਆਪਾਂ ਪੜ੍ਹਦੇ ਹਾਂ ਦਸਮ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਬਚਨ, ਖਿਆਲ ਕਰਕੇ ਕਿਤੇ ਹਿਰਦੇ ਵਿੱਚ ਵਸਾਈਏ। ਸੁਖੀ ਬਸੈ ਮੋਰੋ ਪਰਿਵਾਰਾ, ਸੇਵਕ ਸਿੱਖ ਸਭੈ ਕਰਤਾਰਾ। ਮੇਰੇ ਸਤਿਗੁਰਾਂ ਦੇ ਛੋਟੇ ਫਰਜ਼ੰਦ ਗੰਗੂ ਦੇ ਪਿੰਡ ਖੇੜੀ ਦੇ ਅੰਦਰ ਗ੍ਰਿਫਤਾਰ ਕਰਵਾਏ ਗਏ ਗੰਗੂ ਬ੍ਰਾਹਮਣ ਦੇ ਵੱਲੋਂ। ਯਾਦ ਰੱਖਿਓ, ਨੇਕੀ ਸੰਸਾਰ ਦੇ ਅੰਦਰ ਸਦਾ ਚਮਕਦੀ ਹੈ। ਸੰਸਾਰ ਦੇ ਅੰਦਰ ਉਹਨਾਂ ਲੋਕਾਂ ਦਾ ਨਾਂ ਬੜੇ ਸਤਿਕਾਰ ਨਾਲ ਲਿਆ ਜਾਂਦਾ ਜਿਨ੍ਹਾਂ ਨੇ ਕੋਈ ਨੇਕ ਕੰਮ ਕੀਤਾ ਹੋਵੇ, ਤੇ ਜਿਨ੍ਹਾਂ ਨੇ ਧਰੋਹ ਕਮਾਇਆ ਹੋਵੇ। ਨਾਂ ਤਾਂ ਉਹਨਾਂ ਦਾ ਵੀ ਹੁੰਦਾ ਹੈ, ਪਰ ਉਹਨਾਂ ਦੇ ਮੱਥੇ ਤੇ ਲੱਗਾ ਜਿਹੜਾ ਕਲੰਕ ਦਾ ਟਿੱਕਾ ਉਹ ਕਦੇ ਲਹਿੰਦਾ ਨਹੀਂ। ਇੱਥੇ ਤੀਰ ਜੀ ਦੇ ਬੋਲ ਬੜੇ ਪਿਆਰੇ ਨੇ। ਅਸਲ ਵਿੱਚ ਸੀ ਨੀਤ ਨੂੰ ਹਾਰ ਬੈਠਾ, ਛੱਟ ਵਿੱਚ ਉਹ ਵੇਖ ਕੇ ਮਾਲ ਗੰਗੂ,
ਧੀਰ ਪੁੱਤ ਸੀ ਭਾਵੇਂ ਬ੍ਰਾਹਮਣਾਂ ਦਾ, ਐ ਪਰ ਨਿਕਲਿਆ ਬੜਾ ਚੰਡਾਲ ਗੰਗੂ। ਸਾਹਿਬਜ਼ਾਦਿਆਂ ਦੀ ਗ੍ਰਿਫਤਾਰੀ ਹੋਈ। ਯਾਦ ਰੱਖੋ, ਚੰਗੇ ਇਨਸਾਨਾਂ ਨੂੰ ਅੱਜ ਵੀ ਸਤਿਕਾਰ ਨਾਲ ਯਾਦ ਕਰਦੇ ਆ। ਉਹਨਾਂ ਵਿੱਚ ਬਾਬਾ ਟੋਡਰ ਮੱਲ ਜੀ, ਉਹਨਾਂ ਵਿੱਚ ਸ਼ੇਰ ਮੁਹੰਮਦ ਖਾਨ ਮਲੇਰਕੋਟਲੇ ਵਾਲਾ, ਉਹਨਾਂ ਵਿੱਚ ਬਾਬਾ ਮੋਤੀ ਰਾਮ ਜੀ ਮਹਿਰਾ, ਜਿਨ੍ਹਾਂ ਨੇ ਸ਼ਰਧਾ ਨਾਲ ਕੁਝ ਸੇਵਾ ਕਮਾਈ। ਸਿੱਖ ਜਗਤ ਉਹਨਾਂ ਨੂੰ ਇਤਿਹਾਸ ਦੇ ਪੱਤਰਿਆਂ ਤੇ ਸਦਾ ਮਾਣ ਦਿੰਦਾ ਤੇ ਦਿੰਦਾ ਰਹੇਗਾ। ਚਮਕੌਰ ਸਾਹਿਬ ਦੀ ਹਵੇਲੀ ਅੰਦਰ ਮੇਰੇ ਗੁਰਦੇਵ ਪਾਤਸ਼ਾਹ ਮਹਾਰਾਜ ਜੀ ਦੇ ਵੱਡੇ ਫਰਜ਼ੰਦ ਅੱਖਾਂ ਦੇ ਸਾਹਮਣੇ ਸ਼ਹੀਦ ਹੋਣ ਤੇ ਕਿਹੜੇ ਪਿਤਾ ਦਾ ਏਡਾ ਵਿਸ਼ਾਲ ਹਿਰਦਾ ਏ। ਪੁੱਤਰ ਦੀ ਸ਼ਹਾਦਤ ਹੋਵੇ ਤੇ ਸਤਿ ਸ੍ਰੀ ਅਕਾਲ ਦੇ ਜਕਾਰੇ ਛੱਡੇ। ਇਹ ਮੇਰੇ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਦੇ ਹਿੱਸੇ ਵਿੱਚ ਆਇਆ। ਭਾਵੇਂ ਸਤਿਗੁਰੂ ਅਗਲੀ ਸਵੇਰ ਇਸ ਮੈਦਾਨ ਵਿੱਚ ਜੂਝ ਕੇ ਸ਼ਹੀਦ ਹੋਣਾ ਚਾਹੁੰਦੇ ਨੇ, ਪਰ ਪੰਥ ਦਾ ਹੁਕਮ ਸਿਰ ਮੱਥੇ ਤੇ ਮੰਨਿਆ। ਮੇਰੇ ਗੁਰਦੇਵ ਤਿੰਨਾਂ ਸਿੰਘਾਂ ਦੇ ਸਮੇਤ ਇਸ ਚਮਕੌਰ ਦੀ ਹਵੇਲੀ ਤੋਂ ਅੱਗੇ ਲੰਘ ਜਾਂਦੇ ਨੇ, ਨਿਕਲ ਜਾਂਦੇ ਨੇ ਬਾਹਰ ਇਸ ਗੜੀ ਦੇ ਵਿੱਚੋਂ। ਫੋਲ ਫੋਲ ਕੇ ਬੜੇ ਇਤਿਹਾਸ ਵੇਖੇ। ਕੋਈ ਹੱਸਣਾ ਪੁੱਤਾਂ ਨੂੰ ਵਾਰਦਾ ਦੇ, ਲਾਸ਼ ਪੁੱਤਰ ਦੀ ਸਾਹਮਣੇ ਪਈ ਹੋਵੇ, ਕੋਲ ਲੰਘ ਜਾਣਾ ਹੌਸਲਾ ਸੱਚੀ ਸਰਕਾਰ ਦਾ ਜੀ। ਮੇਰੇ ਗੁਰਦੇਵ ਮਾਛੀਵਾੜੇ ਦੀ ਧਰਤੀ ਤੇ ਪਹੁੰਚ ਜਾਂਦੇ ਨੇ। ਇਸ ਅਸਥਾਨ ਤੇ ਉਹ ਸਦਕ ਆਇਆ, ਖਿਆਲ ਪਾਤਸ਼ਾਹੀ ਦਸਵੀਂ, ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ, ਤੁਧ ਬਿਨ ਰੋਗ ਰਜਾਈਆਂ ਦਾ ਓਢਣ, ਨਾਗ ਨਿਵਾਸਾਂ ਦਾ ਰਹਿਣਾ, ਸੂਲ ਸੁਰਾਹੀ ਖੰਜਰ ਪਿਆਲਾ, ਬੇਗ ਕਸਾਈਆਂ ਦਾ ਸਹਿਣਾ, ਯਾਰੜੇ ਦਾ ਸਾਨੂੰ ਸੱਥਰ ਚੰਗਾ, ਪੱਟ ਖੇੜਿਆਂ ਦਾ ਰਹਿਣਾ। ਮੇਰੇ ਗੁਰਦੇਵ ਮਾਛੀਵਾੜੇ ਦੀ ਧਰਤੀ ਤੇ ਮੈਂ ਇਸ ਤੋਂ ਅਗੇਰੇ ਜਾ ਕੇ ਇੱਕੋ ਇਤਿਹਾਸ ਦੀ ਲੜੀ ਕਹਿਣਾ ਚਾਹੁੰਦਾ, ਤਾਂ ਕਿ ਮੈਂ ਇੱਕੋ ਹੀ ਇਤਿਹਾਸ ਦੀਆਂ 4 ਰਚਨਾਵਾਂ ਤੁਹਾਡੀ ਸੇਵਾ ਵਿੱਚ ਕਹਿ ਸਕਾਂ। ਮੇਰੇ ਗੁਰਦੇਵ ਪਾਤਸ਼ਾਹ ਦੀ ਜਿਹੜੇ ਸੇਵਾ ਵਿੱਚ ਹਾਜ਼ਰ ਹੁੰਦੇ ਨੇ, ਉਹ ਚੰਗਿਆਈ ਖੱਟ ਜਾਂਦੇ ਨੇ। ਜਿਹੜੇ ਧਰੋਹ ਕਮਾਉਂਦੇ ਨੇ, ਉਹਨਾਂ ਨੂੰ ਉਸੇ ਹੀ ਢੰਗ ਦੇ ਨਾਲ ਸੰਸਾਰ ਯਾਦ ਕਰਦਾ ਹੈ ਤੇ ਕਦੇ ਚੰਗੀ ਨਿਗਾਹ ਦੇ ਨਾਲ ਉਹਨਾਂ ਦੇ ਨਾਲ ਨਹੀਂ ਵਰਤਦਾ, ਨਫ਼ਰਤ ਉਹਨਾਂ ਨਾਲ ਹੋ ਜਾਂਦੀ ਹੈ। ਜਿਹੜੇ ਗੁਰੂ ਦੇ ਨਹੀਂ ਬਣੇ, ਉਹ ਦੁਨੀਆ ਦੇ ਕਦੋਂ ਬਣ ਸਕਣਗੇ। ਮੇਰੇ ਪਾਤਸ਼ਾਹ ਉੱਚ ਦੇ ਪੀਰ ਦੇ ਰੂਪ ਵਿੱਚ ਮਾਛੀਵਾੜੇ ਦੀ ਧਰਤੀ ਤੋਂ ਘੁੰਗਰਾਲੀ ਨਗਰ, ਲੱਲ ਨਗਰ, ਇਸ ਤੋਂ ਅੱਗੇ ਚੱਲਦੇ ਆਲਮਗੀਰ ਜਾਂ ਪਹਿਲਾਂ ਕਨੇਚ ਪਿੰਡ, ਫੱਤਾ ਨੰਬਰਦਾਰ, ਇੱਥੋਂ ਚੱਲਦੇ ਆਲਮਗੀਰ ਪਹੁੰਚਦੇ ਨੇ ਭਾਈ ਨਗਾਈਆ ਸਿੰਘ। ਸਤਿਗੁਰਾਂ ਨੂੰ ਘੋੜਾ ਭੇਟਾ ਕਰਦਾ ਹੈ ਭਾਈ ਮਨੀ ਸਿੰਘ ਜੀ ਦਾ ਭਰਾ। ਸਤਿਗੁਰੂ ਉੱਥੋਂ ਨਬੀ ਖਾਂ ਤੇ ਗਨੀ ਖਾਂ ਨੂੰ, ਯਾਦ ਰੱਖੋ ਕੌਣ ਭੁੱਲ ਜਾਏਗਾ, ਨਬੀ ਖਾਂ ਤੇ ਗਨੀ ਖਾਂ ਭਾਵੇਂ ਉਹ ਇਸਲਾਮ ਮੱਤਦੇ ਨੇ, ਪਰ ਗੁਰਮੁਖੋ ਇਨਸਾਨੀਅਤ ਹੈ। ਜਿਸ ਮਨੁੱਖ ਦੇ ਦਿਲ ਵਿੱਚ ਇਨਸਾਨੀਅਤ ਹੈ, ਉਹ ਕਿਸੇ ਵੀ ਧਰਮ ਦਾ ਹੋਵੇ, ਉਹ ਕਦੇ ਦੂਜੇ ਨਾਲ ਨਫ਼ਰਤ ਨਹੀਂ ਜੇ ਕਰਦਾ। ਜੇ ਕੱਟੜਤਾ ਵਿੱਚ ਆ ਜਾਏ ਤੇ ਯਾਦ ਰੱਖਿਓ ਦੂਜਿਆਂ ਦਾ ਪਿਆਰ ਨਹੀਂ ਜੇ ਮਿਲ ਸਕਦਾ। ਗਨੀ ਖਾਂ ਤੇ ਨਬੀ ਖਾਂ ਸਰੀਰ ਕਰਕੇ ਤਾਂ ਤੁਰ ਗਏ, ਪਰ ਮਾਛੀਵਾੜੇ ਦੀ ਧਰਤੀ ਤੇ ਅੱਜ ਵੀ ਉਹਨਾਂ ਦੇ ਨਾਮ ਤੇ ਬਣਿਆ ਹੋਇਆ ਗੁਰੂ ਅਸਥਾਨ ਸੰਗਤਾਂ ਯਾਦ ਕਰਦੀਆਂ ਨੇ। ਜਿਹੜੇ ਬੀਬੀ ਉਮਰੀ ਜੀ ਦੇ ਬੇਟੇ ਸਨ, ਕੌਣ ਭੁੱਲ ਜਾਏਗਾ ਨਿਹੰਗ ਖਾਨ ਕੋਟਲੇ ਵਾਲੇ ਨੂੰ, ਜਿੱਥੇ ਭਾਈ ਬਚਿੱਤਰ ਸਿੰਘ ਦੀ ਸ਼ਹੀਦੀ ਹੁੰਦੀ ਹੈ। ਗੁਰਸਿੱਖੋ, ਜਿੱਥੇ ਨਿਹੰਗ ਖਾਨ ਦੀ ਬੇਟੀ ਮੁਮਤਾਜ਼ ਭਾਈ ਬਚਿੱਤਰ ਸਿੰਘ ਦੇ ਚਰਨਾਂ ਵੱਲੇ ਬੈਠ ਕੇ ਇਬਾਦਤ ਕਰਦੀ ਹੈ, ਪਰ ਸਿੰਘ ਸ਼ਹੀਦ ਹੋ ਜਾਂਦੇ ਨੇ। ਭਾਵੇਂ ਪਿਤਾ ਇਹ ਗੱਲ ਕਹਿੰਦਾ ਵੀ ਤੇਰਾ ਨਿਕਾਹ ਕੀਤਾ ਜਾਏ, ਪਰ ਉਹ ਬੇਟੀ ਮੁਮਤਾਜ਼ ਕਹਿਣ ਲੱਗੀ, ਪਿਤਾ ਜੀ ਔਰਤ ਦੇ ਸਿਰ ਦਾ ਸਾਈਂ ਇੱਕੋ ਹੁੰਦਾ ਹੈ। ਤੁਸੀਂ ਆਖਿਆ ਸੀ ਨਾ ਫੌਜਦਾਰ ਨੂੰ ਵੀ ਅੰਦਰ ਮੇਰੀ ਧੀ ਤੇ ਮੇਰਾ ਜਵਾਈ ਹੈ, ਉਹ ਮੇਰੇ ਸਿਰ ਦੇ ਸਾਈਂ ਸਨ। ਜੇ ਅਕਾਲ ਚਲਾਣਾ ਕਰਕੇ ਤਾਂ ਕੀ ਹੋਇਆ। ਗੁਰਮੁਖ ਪਿਆਰਿਓ, ਰਹਿੰਦੀ ਜ਼ਿੰਦਗੀ ਉਸ ਬੀਬੀ ਮੁਮਤਾਜ਼ ਨੇ ਕਿਤੇ ਨਿਕਾਹ ਨਹੀਂ ਕਰਵਾਇਆ। ਕੌਣ ਭੁੱਲ ਜਾਏਗਾ ਉਹਨਾਂ ਦੀ ਕੁਰਬਾਨੀ ਨਹੀਂ। ਰਹੋ ਵਿਚਾਰ। ਮੇਰੇ ਗੁਰਦੇਵ ਪਾਤਸ਼ਾਹ ਰਾਏਕੋਟ ਦੀ ਧਰਤੀ ਤੋਂ ਅੱਗੇ ਲੰਘਦੇ ਨੇ, ਇੱਥੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੀ ਖਬਰ ਮਿਲਦੀ ਹੈ। ਵੱਖ-ਵੱਖ ਨਗਰਾਂ ਇਲਾਕਿਆਂ ਵਿੱਚੋਂ ਹੁੰਦੇ ਹੋਏ ਮੇਰੇ ਸਤਿਗੁਰੂ ਗੁਰਦੇਵ ਪਾਤਸ਼ਾਹ ਮੁਕਤਸਰ ਸਾਹਿਬ ਜੀ ਦਾ ਜੰਗ ਕਰਨ ਤੋਂ ਬਾਅਦ ਭਾਈ ਮਹਾ ਸਿੰਘ ਜੀ ਦੀ ਬੇਨਤੀ ਤੇ ਟੁੱਟੀ ਗੰਢ ਕੇ ਇੱਥੋਂ ਅੱਗੇ ਲੰਘਦੇ ਨੇ। ਨੋਟ ਵਿੱਚ ਰੱਖੀਏ, ਇੱਕ ਆਨੰਦਪੁਰ ਸਾਹਿਬ ਜੀ ਦੇ ਪਵਿੱਤਰ ਅਸਥਾਨ ਤੇ ਮੇਰੇ ਸਤਿਗੁਰੂ ਮੁਕਤਿਆਂ ਦਾ ਵਾਰ ਬਖਸ਼ਿਸ਼ ਕਰਦੇ ਨੇ ਗੁਰਸਿੱਖਾਂ ਨੂੰ। ਅਰਦਾਸ ਵਿੱਚ ਜਿਨ੍ਹਾਂ ਨੂੰ ਯਾਦ ਕਰਦੇ ਆ 40 ਮੁਕਤੇ, ਉਹ ਚਮਕੌਰ ਸਾਹਿਬ ਦੀ ਗੜੀ ਦੇ ਅੰਦਰ ਸ਼ਹੀਦ ਹੋਣ ਵਾਲੇ ਨੇ। ਆ ਗਿਆ ਉਹ ਪਾਵਨ ਅਸਥਾਨ ਮੁਕਤਸਰ ਸਾਹਿਬ। ਇੱਥੇ ਸ਼ਹੀਦ ਹੋਣ ਵਾਲਿਆਂ ਨੂੰ ਵੀ ਕਲਗੀਧਰ ਪਾਤਸ਼ਾਹ ਮਹਾਰਾਜ ਮੁਕਤਿਆਂ ਦਾ ਵਰਦਾਨ ਬਖਸ਼ਿਸ਼ ਕਰਦੇ ਨੇ। ਖੈਰ ਅੱਗੇ ਚੱਲੇ ਮੇਰੇ ਸਤਿਗੁਰੂ, ਪਿੰਡ ਆਇਆ ਛੱਤੇਆਣਾ, ਜਿੱਥੇ ਸਤਿਗੁਰੂ ਦਾਤਾਰ ਕੋਈ ਸਮਾਂ ਰੁਕੇ ਤੇ ਅੱਗੇ ਲੰਘਣ, ਅੱਗੇ ਤੁਰਨ ਦੀ ਤਿਆਰੀ ਹੋਈ। ਜਿਹੜੇ ਬਰਾੜ ਇਲਾਕੇ ਵਿੱਚੋਂ ਰਲੇ ਸਨ, ਮੇਰੇ ਸਤਿਗੁਰਾਂ ਨੂੰ ਅੱਗੋਂ ਰਸਤਾ ਰੋਕ ਖਲੋ ਗਏ। ਕਹਿਣ ਲੱਗੇ, ਮਹਾਰਾਜ ਇਸ ਤੋਂ ਅੱਗੇ ਤਾਂ ਤੁਹਾਡੇ ਨਾਲ ਜਾਇਆ ਜਾਏਗਾ, ਸਾਡੀਆਂ ਪਹਿਲਾਂ ਤਨਖਾਹਾਂ ਦਿੱਤੀਆਂ ਜਾਣ,
ਮੇਰੇ ਪਾਤਸ਼ਾਹ ਕਹਿਣ ਲੱਗੇ ਗੁਰਮੁਖੋ ਖਜ਼ਾਨਾ ਮਸਤਾਨਾ ਹੋਇਆ ਹੈ, ਕੋਈ ਗੱਲ ਨਹੀਂ, ਥੋੜਾ ਜਿਹਾ ਸਮਾਂ ਹੋਰ ਹੈ, ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਹੋ ਜਾਏਗੀ, ਜਿੰਨੀ ਦੌਲਤ ਚਾਹੀਦੀ ਮਿਲ ਜਾਏਗੀ। ਪਿਆਰੇ ਗੁਰਸਿੱਖੋ ਅੜ ਖਲੋਤੇ ਕਹਿੰਦੇ ਨਹੀਂ ਦਾਤਾ, ਸਾਨੂੰ ਪਹਿਲਾਂ ਮਾਇਆ ਚਾਹੀਦੀ ਹੈ, ਫੇਰ ਅੱਗੇ ਚੱਲਾਂਗੇ ਤੇ ਜਾਣ ਦੇਾਂਗੇ। ਰੋਕ ਕੌਣ ਸਕਦਾ ਸੀ ਮੇਰੇ ਦਾਤੇ ਨੂੰ? ਪਰ ਯਾਦ ਰੱਖਿਓ ਇਹ ਮੇਰੇ ਦਾਤੇ ਦੀ ਵਡਿਆਈ ਹੈ। ਇੰਨੇ ਸਮੇਂ ਨੂੰ ਆਇਆ ਇੱਕ ਦਸਵੰਧ ਦੀ ਭੇਟਾ ਲੈ ਕੇ ਗੁਰਸਿੱਖ, ਉਹਨੇ ਸਤਿਗੁਰਾਂ ਦੇ ਚਰਨਾਂ ਵਿੱਚ ਹਾਜ਼ਰ ਕੀਤੀ। ਮੇਰੇ ਗੁਰਦੇਵ ਨੇ ਢਾਲਾਂ ਭਰ ਵੰਡੀਆਂ, ਪਰ ਵੰਡਣ ਤੋਂ ਪਹਿਲਾਂ ਪੁੱਛਦੇ ਨੇ ਹਰ ਇੱਕ ਨੂੰ, ਦੱਸ ਦੌਲਤ ਚਾਹੀਦੀ ਹੈ ਕਿ ਸਿੱਖੀ ਚਾਹੀਦੀ ਹੈ? ਝੂਠਾ ਜਿਹਾ ਹਾਸਾ ਹੱਸ ਕੇ ਮਾਇਆ ਲੈਣ ਵਾਲਾ ਕਹਿੰਦਾ ਜੀ ਸਿੱਖ ਤਾਂ ਅਸੀਂ ਹੈ ਹੀ ਹਾਂ, ਪਰ ਇਸ ਵੇਲੇ ਮਾਇਆ ਚਾਹੀਦੀ ਹੈ। ਮੇਰੇ ਸਤਿਗੁਰੂ ਬਖਸ਼ਦੇ ਸਾਰਿਆਂ ਨੂੰ। ਆ ਗਿਆ ਇਹਨਾਂ ਦਾ ਸਰਦਾਰ ਜਿਹਦਾ ਨਾਂ ਹੈ ਭਾਈ ਦਾਨਾ। ਮਹਾਰਾਜ ਕਹਿਣ ਲੱਗੇ ਭਾਈ ਦਾਨਿਆ ਦੱਸ ਸਿੱਖੀ ਚਾਹੀਦੀ ਹੈ ਕਿ ਮਾਇਆ ਚਾਹੀਦੀ ਹੈ? ਕਹਿੰਦਾ ਦਾਤਾ ਕਿਰਪਾ ਕੀਤੀ ਹੈ ਤੁਸਾਂ ਨੇ, ਭਾਈ ਕਿਹਾ ਜੇ ਨਾ ਮਾਇਆ ਨਹੀਂ ਚਾਹੀਦੀ। ਮਹਾਰਾਜ ਇਹਦੇ ਨਾਲੋਂ ਵੱਡਾ ਮਾਣ ਹੀ ਹੋਰ ਕਿਹੜਾ ਮਿਲ ਸਕਦਾ ਹੈ? ਸੱਚੇ ਪਾਤਸ਼ਾਹ ਕਹਿਣ ਲੱਗੇ ਦਾਨ ਸਿੰਘ ਮੰਗ ਲੈ ਤੂੰ ਵੀ। ਕਹਿੰਦਾ ਦਾਤਾ ਦਾਨ ਸਿੰਘ ਕਿਹਾ ਜੇ, ਹੋਰ ਰਹਿਮਤਾਂ ਬਰਸਾ ਦਿੱਤੀਆਂ ਨੇ। ਸੱਚੇ ਪਾਤਸ਼ਾਹ ਦੌਲਤ ਨਹੀਂ ਚਾਹੀਦੀ, ਤੁਹਾਡੇ ਚਰਨਾਂ ਦੀ ਮੁਹੱਬਤ ਚਾਹੀਦੀ ਹੈ, ਤੇ ਖੰਡੇ ਬਾਟੇ ਦੇ ਪਾਉਣ ਦੀ ਦਾਤ ਵੀ ਬਖਸ਼ਿਸ਼ ਕਰ ਦਿਓ, ਅੰਮ੍ਰਿਤ ਦੀ ਦਾਤ ਬਖਸ਼ ਦਿਓ। ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਘੁੱਟ ਕੇ ਛਾਤੀ ਨਾਲ ਲਾਉਂਦੇ ਨੇ। ਸਤਿਗੁਰੂ ਕਹਿਣ ਲੱਗੇ ਭਾਈ ਮਹਾਂ ਸਿੰਘ ਨੇ ਟੁੱਟੀ ਗੰਢਾਲੀ ਮੁਕਤਸਰ ਸਾਹਿਬ ਦੀ ਧਰਤੀ ਤੇ ਯਾਦ ਰੱਖ ਮਾਲਵੇ ਦੀ ਅੱਜ ਤੂੰ ਰੱਖ ਲਈ ਹੈ। ਆ ਜਿਹੜੇ ਮਾਇਆ ਦੇ ਦੌਲਤ ਦੇ ਲਾਲਚ ਵਿੱਚ ਆ ਗਏ ਸਨ, ਅੱਜ ਤੂੰ ਇਹਨਾਂ ਨੂੰ ਫਿਰ ਗੁਰੂ ਚਰਨਾਂ ਨਾਲ ਜੁੜੇ ਰੱਖ ਲਿਆ। ਮੇਰੇ ਗੁਰਦੇਵ ਪਾਤਸ਼ਾਹ ਅੱਗੇ ਚੱਲੇ। ਆ ਗਿਆ ਦਮਦਮਾ ਸਾਹਿਬ ਜਿੱਥੇ ਆਪਾਂ ਦਰਸ਼ਨ ਕਰਦੇ ਆ। ਇਹਦਾ ਨਾਮ ਹੈ ਤਲਵੰਡੀ, ਪਰ ਇਸ ਦਾ ਨਾਮ ਤਲਵੰਡੀ ਸਾਬੋ ਕੀ ਹੈ? ਜੋ ਵਿਦਵਾਨ ਸੱਜਣ ਕਹਿੰਦੇ ਨੇ ਸਾਬੋ ਜਿਹੜੀ ਹੈ ਉਹ ਇਸ ਡੱਲੇ ਦੀ ਪਰਜਾਈ ਸੀ। ਰਹੋ ਵਿਚਾਰ, ਉਹਦੇ ਨਾਂ ਦੇ ਉੱਤੇ ਤਲਵੰਡੀ ਨਗਰ ਵੱਜਦਾ ਹੈ। ਸਾਬੋ ਕੀ ਤਲਵੰਡੀ ਦੇ ਵਿੱਚ ਉਸ ਵਕਤ ਦਾ ਜਿਹੜਾ ਚੌਧਰੀ ਹੈ ਉਹ ਹੈ ਡੱਲਾ। ਸਤਿਗੁਰਾਂ ਦੇ ਦਰਸ਼ਨ ਕਰਕੇ ਆਪਣੇ ਪਾਸ ਲੈ ਆਇਆ। ਮੇਰੇ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਦੀ ਰੱਜ ਕੇ ਸੇਵਾ ਕੀਤੀ। ਦੀਵਾਨ ਸੱਜਣ ਲੱਗ ਪਏ। ਮੇਰੇ ਗੁਰਦੇਵ ਪਾਤਸ਼ਾਹ ਮਹਾਰਾਜ ਜਦੋਂ ਬੈਠਦੇ ਨੇ, ਪਾਵਨ ਪ੍ਰਵਚਨ ਗੁਰਬਾਣੀ ਦੇ ਕਰਦੇ, ਇਤਿਹਾਸ ਦੀ ਕਥਾ ਚੱਲਦੀ। ਜਦੋਂ ਚਮਕੌਰ ਸਾਹਿਬ ਦਾ ਸਾਕਾ ਸੁਣਿਆ, ਜਦੋਂ ਸਰਹਿੰਦ ਦੀਆਂ ਦੀਵਾਰਾਂ ਵਿੱਚ ਛੋਟੇ ਸਾਹਿਬਜ਼ਾਦਿਆਂ ਦੇ ਸੁਣੇ ਚਿਣੇ ਜਾਣ ਦੀ ਗਾਥਾ ਸੁਣੀ, ਨਾ ਰਹਿ ਸਕਿਆ ਡੱਲਾ ਚੌਧਰੀ। ਉੱਠ ਕੇ ਖਲੋ ਗਿਆ, ਕਹਿੰਦਾ ਦਾਤਾ ਇੰਨੇ ਦੁੱਖ ਝੱਲੇ, ਇੰਨੇ ਦੁੱਖੜੇ ਸਹਾਰੇ ਤੁਸੀਂ। ਮੇਰੇ ਸੱਚੇ ਪਾਤਸ਼ਾਹ ਕਿਤੇ ਮੈਨੂੰ ਇੱਕ ਵਾਰੀ ਯਾਦ ਤਾਂ ਕਰ ਲੈਂਦੇ ਹੋ। ਪਾਤਸ਼ਾਹ ਦੇ ਸਾਹਮਣੇ ਖਲੋ ਕੇ ਡੱਲਾ ਚੌਧਰੀ ਕਹਿ ਕੀ ਰਿਹਾ ਹੈ, ਆਓ ਸਰਵਣ ਕਰਿਓ ਜੇ। ਆਪ ਸੰਗਤ ਦੀ ਸੇਵਾ ਵਿੱਚ ਢਾਡੀ ਜੱਥਾ ਗਾ ਕੇ ਸੁਨੇਹਾ ਕੱਲਿਆ, ਮੈਨੂੰ ਕਿਉਂ ਨਾ ਪਾਤਸ਼ਾਹ ਸੁਨੇਹਾ ਕੱਲਿਆ, ਮੈਨੂੰ ਕਿਉਂ ਨਾ ਪਾਤਸ਼ਾਹ ਸੁਨੇਹਾ ਕੱਲਿਆ। ਤੁਸਾਂ ਜੋ ਭਾਰੀਆਂ ਤੁਹਾਡੇ ਕੋਲੋਂ ਅੱਜ ਸੁਣੀਆਂ ਜੋ ਸਾਰੀਆਂ, ਤੁਹਾਡੇ ਕੋਲੋਂ ਅੱਜ ਸੁਣੀਆਂ ਜੋ ਸਾਰੀਆਂ। ਸੁਣ ਕੇ ਹੈ ਦੱਸਦਾ ਕਲੇਜਾ ਹੱਲਿਆ, ਸੁਣ ਕੇ ਹੈ ਦੱਸਦਾ ਕਲੇਜਾ ਹੱਲਿਆ, ਮੈਨੂੰ ਕਿਉਂ ਨਾ ਪਾਤਸ਼ਾਹ ਸੁਨੇਹਾ ਘੱਲਿਆ,
ਮੈਨੂੰ ਕਿਉਂ ਨਾ ਬਾਦਸ਼ਾਹ ਸੁਨੇਹਾ ਕੱਲਿਆ। ਬੀਤ ਗਿਆ ਵੇਲਾ ਠੇਸ ਲੱਗੀ ਦਿਲ ਨੂੰ, ਪਹੁੰਚਦਾ ਮੈਂ ਛੇਤੀ ਕਰਦਾ ਨਾ ਢਿੱਲ ਨੂੰ, ਪਹੁੰਚਦਾ ਮੈਂ ਛੇਤੀ ਕਰਦਾ ਨਾ ਢਿੱਲ ਨੂੰ। ਇੱਕ ਵਾਰ ਕਹਿੰਦੇ ਬਸ ਆ ਜਾ ਡੱਲਿਆ, ਇੱਕ ਵਾਰ ਕਹਿੰਦੇ ਬਸ ਆ ਜਾ ਡੱਲਿਆ, ਮੈਨੂੰ ਕਿਉਂ ਨਾ ਬਾਦਸ਼ਾਹ ਸੁਨੇਹਾ ਕੱਲਿਆ, ਮੈਨੂੰ ਕਿਉਂ ਨਾ ਬਾਦਸ਼ਾਹ ਸੁਨੇਹਾ ਕੱਲਿਆ। ਨਾਲੇ ਬਚ ਜਾਂਦੇ ਫਰਜ਼ੰਦ ਤੁਸਾਂ ਦੇ, ਨਾਲੇ ਬਚ ਜਾਂਦੇ ਫਰਜ਼ੰਦ ਤੁਸਾਂ ਦੇ। ਦਿਸਦੇ ਨੇ ਆਪ ਦੇ ਜ਼ਖਮ ਅੱਲਿਆ, ਦਿਸਦੇ ਨੇ ਆਪ ਦੇ ਜ਼ਖਮ ਅੱਲਿਆ, ਮੈਨੂੰ ਕਿਉਂ ਨਾ ਬਾਦਸ਼ਾਹ ਸੁਨੇਹਾ ਕੱਲਿਆ, ਮੈਨੂੰ ਕਿਉਂ ਨਾ ਬਾਦਸ਼ਾਹ ਸੁਨੇਹਾ ਕੱਲਿਆ। ਮੇਰੀ ਤਾਕਤ ਨੂੰ ਸਾਰਾ ਜੱਗ ਜਾਣਦਾ, ਪੈਣਾ ਨਹੀਂ ਸੀ ਹੌਸਲਾ ਵਜ਼ੀਰ ਖਾਨ ਦਾ, ਪੈਣਾ ਨਹੀਂ ਸੀ ਹੌਸਲਾ ਵਜ਼ੀਰ ਖਾਨ ਦਾ। ਪੁੱਛਦਾ ਭਮੱਦੀ ਕਦ ਦੁੱਖ ਚੱਲਿਆ, ਪੁੱਛਦਾ ਭਮੱਦੀ ਕਦ ਦੁੱਖ ਚੱਲਿਆ, ਮੈਨੂੰ ਕਿਉਂ ਨਾ ਬਾਦਸ਼ਾਹ ਸੁਨੇਹਾ ਕੱਲਿਆ, ਮੈਨੂੰ ਕਿਉਂ ਨਾ ਬਾਦਸ਼ਾਹ ਸੁਨੇਹਾ ਕੱਲਿਆ, ਮੈਨੂੰ ਕਿਉਂ ਨਾ ਬਾਦਸ਼ਾਹ ਸੁਨੇਹਾ ਕੱਲਿਆ। ਇੱਕ ਵਾਰੀ ਸਾਰੀ ਸੰਗਤ, ਮੈਨੂੰ ਲੱਗਦਾ ਸਮੇਂ ਦੀ ਅਦਲਾ ਬਦਲੀ ਕਰਦੇ ਕਾਫੀ ਸਮਾਂ ਲੱਗ ਜਾਣਾ। ਵਾਹਿਗੁਰੂ, ਹੁਣ ਠੀਕ ਹੈ। ਪੁਆਇੰਟ ਹੀ ਹੋਣ ਲੱਗਾ ਤਕਰੀਬਨ ਅੱਧੇ ਘੰਟੇ ਬਾਅਦ ਵੀ ਕਿੱਥੇ ਕੀ ਹੋਣਾ ਚਾਹੀਦਾ। ਇੱਕ ਵਾਰੀ ਸਾਰੀ ਸੰਗਤ ਸਤਿਗੁਰਾਂ ਨੂੰ ਸੀਸ ਝੁਕਾ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਬਾਜਾਂ ਵਾਲੇ ਗੁਰਦੇਵ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ ਸਾਹਮਣੇ ਖਲੋ ਕੇ ਸਾਬੋ ਕੀ ਤਲਵੰਡੀ ਵਿੱਚ ਡੱਲਾ ਚੌਧਰੀ ਕਹਿੰਦਾ, ਦਾਤਾ ਮੈਨੂੰ ਇਸ ਗੱਲ ਦਾ ਬੜਾ ਦੁੱਖ ਹੈ। ਸੱਚੇ ਪਾਤਸ਼ਾਹ, ਮੈਂ ਜਿਵੇਂ ਜਿਵੇਂ ਤੁਹਾਡੇ ਦੁੱਖਾਂ ਭਰੀ ਦਾਸਤਾਨ ਸੁਣਦਾ, ਸਾਹਿਬਜ਼ਾਦਿਆਂ ਦੀ ਸ਼ਹਾਦਤ ਸੁਣਦਾ, ਮਾਤਾ ਜੀ ਦੀ ਹੋਈ ਸ਼ਹਾਦਤ ਸੁਣਦਾ, ਮੇਰੇ ਗਰੀਬ ਨਵਾਜ ਪਾਤਸ਼ਾਹ ਮੇਰੇ ਦਿਲ ਨੂੰ ਹੌਲ ਪੈਂਦੇ ਨੇ। ਗਰੀਬ ਨਵਾਜ, ਮੈਂ ਇਸ ਗੱਲ ਤੇ ਪਛਤਾਉਣਾ ਵੀ ਮੇਰਾ ਇੱਥੇ ਰਹਿਣ ਦਾ ਕੀ ਫਾਇਦਾ ਹੈ ਜੇ ਮੇਰੇ ਗੁਰਦੇਵ ਪਾਤਸ਼ਾਹ ਮਹਾਰਾਜ ਤੇ ਇੰਨੀਆਂ ਮੁਸ਼ਕਲਾਂ ਆਣ ਪਈਆਂ। ਸਤਿਗੁਰੂ ਸੱਚੇ ਪਾਤਸ਼ਾਹ ਕਹਿਣ ਲੱਗੇ, ਡੱਲਿਆ ਕੋਈ ਗੱਲ ਨਹੀਂ, ਘਬਰਾ ਨਾ, ਮਰਦ ਹੋਣਾ ਚਾਹੀਦਾ ਹੈ, ਵਕਤ ਤੇ ਮਿਲਦਾ ਹੀ ਰਹਿੰਦਾ ਹੈ। ਕਹਿੰਦਾ ਨਹੀਂ ਸੱਚੇ ਪਾਤਸ਼ਾਹ, ਅਸਲ ਵਿੱਚ ਮੇਰੇ ਕੋਲ ਏਡੇ ਏਡੇ ਜਵਾਨ ਨੇ ਨਾ, ਜਿਨ੍ਹਾਂ ਦੇ ਪੈਰ ਧਰਤੀ ਤੇ ਸਿਰ ਅਸਮਾਨ ਤੇ, ਚੌੜੀਆਂ ਛਾਤੀਆਂ। ਗਰੀਬ ਨਵਾਜ, ਕਿਤੇ ਮੈਨੂੰ ਇੱਕ ਵਾਰੀ ਸੁਨੇਹਾ ਮਿਲ ਜਾਂਦਾ, ਮਹਾਰਾਜ 500 ਜਵਾਨ ਸੀ ਮੇਰੇ ਕੋਲ, ਮੈਂ 500 ਹੀ ਲੈ ਆਉਣਾ ਸੀ। ਸੱਚੇ ਪਾਤਸ਼ਾਹ ਜਿਹੜਾ ਮੌਤ ਨੂੰ ਮਜ਼ਾਕਾਂ ਕਰਨ ਵਾਲਾ ਜਵਾਨ ਹੈ, ਕਿਸੇ ਦੀ ਤਾਕਤ ਨਹੀਂ ਸੀ ਪੈਣੀ, ਜੁਰਤ ਨਹੀਂ ਸੀ,
ਉਹ ਅੱਗੇ ਹੋ ਕੇ ਕੋਈ ਟਾਕਰੇ ਵਾਸਤੇ ਆ ਜਾਂਦਾ। ਪਿਆਰੇ ਗੁਰਸਿੱਖੋ, ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਵੇਖ ਲਿਆ ਡੱਲਾ ਹੈ ਤਾਂ ਬੜਾ ਸ਼ਰਧਾਵਾਨ, ਪਰ ਰੰਚਕ ਮਾਤਰ ਕਿਤੇ ਰਸਤੇ ਦੇ ਵਿੱਚ ਆਣ ਕੇ ਰੋੜਾ ਲੱਗ ਗਿਆ। ਭਾਵਨਾ ਵੀ ਰੱਖਦਾ ਹੈ, ਪਿਆਰ ਵੀ ਰੱਖਦਾ ਹੈ, ਮੁਹੱਬਤ ਵੀ ਕਰਦਾ ਹੈ, ਪਰ ਜਿਹੜਾ ਹਉਮੈ ਦਾ ਟੁਕੜਾ ਆਣ ਕੇ ਫਸ ਗਿਆ ਨਾ ਕਿਣਕਾ, ਇਹਦਾ ਵੱਡਾ ਨੁਕਸਾਨ ਕਰੇਗਾ। ਪਿਆਰੇ ਗੁਰਸਿੱਖੋ, ਮੇਰੇ ਗੁਰਦੇਵ ਸਤਿਗੁਰੂ ਫੇਰ ਕਹਿੰਦੇ ਕੋਈ ਗੱਲ ਨਹੀਂ ਡੱਲਿਆ। ਇੱਥੇ ਇਤਿਹਾਸ ਵਿੱਚ ਆਪਾਂ ਪੜ੍ਹਦੇ ਹਾਂ, ਦਿੱਲੀ ਤੋਂ ਚੱਲ ਕੇ ਮਾਤਾ ਸੁੰਦਰ ਕੌਰ ਤੇ ਮਾਤਾ ਸਾਹਿਬ ਕੌਰ ਜੀ ਉਹ ਵੀ ਸਤਿਗੁਰਾਂ ਦੇ ਚਰਨਾਂ ਵਿੱਚ ਹਾਜ਼ਰ ਹੋਏ। ਮਹਿਸੂਸ ਕਰਕੇ ਵੇਖੀਏ, ਇਹਨਾਂ ਗੱਲਾਂ ਨੂੰ ਅੱਖਰਾਂ ਵਿੱਚ ਨਹੀਂ ਬਿਆਨ ਕੀਤਾ ਜਾ ਸਕਦਾ। ਦੁੱਖ ਤਾਂ ਦੁੱਖ ਹੈ, ਪਰ ਦੁੱਖ ਨੂੰ ਸਹਾਰਨਾ ਆਮ ਸੰਸਾਰੀ ਲੋਕਾਂ ਦੇ ਵੱਸ ਦੀ ਗੱਲ ਨਹੀਂ। ਪਰ ਫਿਰ ਵੀ ਮਾਂ ਦੀ ਮਮਤਾ ਹੁੰਦੀ ਹੈ। ਮਾਤਾਵਾਂ ਨੇ ਆਣ ਕੇ ਸਤਿਗੁਰੂ ਸੱਚੇ ਪਾਤਸ਼ਾਹ ਨੂੰ ਮੱਥਾ ਟੇਕਿਆ, ਚਾਰ ਫੇਰੇ ਨਿਗਾਹ ਮਾਰ ਕੇ ਵੇਖਿਆ। ਮੇਰੇ ਗੁਰਦੇਵ ਦੇ ਸਾਹਮਣੇ ਹੱਥ ਜੋੜ ਕੇ ਖਲੋ ਕੇ ਬੇਨਤੀ ਕਰਦੇ ਨੇ, ਗੁਰਦੇਵ ਸੁਆਮੀ, ਸਾਹਿਬਜ਼ਾਦੇ ਨਜ਼ਰ ਨਹੀਂ ਆਉਂਦੇ, ਭਾਵੇਂ ਸਾਰਾ ਕੁਝ ਸੁਣ ਚੁੱਕੇ ਸਨ, ਪਰ ਫਿਰ ਵੀ ਮੇਰੇ ਗੁਰਦੇਵ ਸਤਿਗੁਰਾਂ ਦੀ ਰਸਨਾ ਤੋਂ ਸੁਣਨਾ ਚਾਹੁੰਦੇ ਸਨ। ਸੁਆਮੀ ਨਜ਼ਰ ਨਹੀਂ ਆਉਂਦੇ ਮਾਤਾ ਜੀ, ਜਿਨ੍ਹਾਂ ਨੇ ਸਾਨੂੰ ਧੀਆਂ ਵਾਲਾ ਮਾਣ ਦਿੱਤਾ, ਪਿਆਰ ਦਿੱਤਾ, ਬੜਾ ਜ਼ਿੰਦਗੀ ਵਿੱਚ ਉਹਨਾਂ ਕੋਲੋਂ ਬੜਾ ਕੁਝ ਸਿੱਖਿਆ। ਜ਼ਿੰਦਗੀ ਜਿਉਣ ਦਾ ਢੰਗ ਹੀ ਵੱਖਰਾ ਸੀ ਉਹਨਾਂ ਦੇ ਚਰਨਾਂ ਵਿੱਚ ਰਹਿ ਕੇ, ਪਰ ਉਹ ਨਜ਼ਰ ਨਹੀਂ ਆਉਂਦੇ। ਮੇਰੇ ਗੁਰਦੇਵ ਪਾਤਸ਼ਾਹ ਮਹਾਰਾਜ ਜੀ ਨੇ ਪਿਆਰ ਦੇ ਨਾਲ ਇਹ ਗੱਲਾਂ ਸਮਝਾ ਕੇ ਸੁੰਦਰ ਕੌਰ ਤੇ ਸਾਹਿਬ ਕੌਰ ਜੀ ਮਾਤਾ ਜੀ ਨੂੰ ਮੇਰੇ ਸਤਿਗੁਰੂ ਕਹਿਣ ਲੱਗੇ, ਸਾਹਿਬ ਕੌਰੇ, ਸੁੰਦਰ ਕੌਰ ਜੀ ਕਿਉਂ ਡੋਲਦੇ ਹੋ? ਮੈਂ ਇੱਕ ਸੌਦਾ ਕੀਤਾ ਹੈ। ਸੁਆਮੀ ਕੈਸਾ ਸੌਦਾ? ਮੇਰੇ ਪਾਤਸ਼ਾਹ ਕਹਿਣ ਲੱਗੇ, ਉਹਨਾਂ ਚੌਹਾਂ ਦੇ ਵੱਟੇ ਆ 1000 ਲੈ ਲੈਣੇ। ਇੱਥੇ ਲਿਖਿਆ ਹੋਇਆ ਆਪਾਂ ਪੜ੍ਹਦੇ ਹਾਂ। ਇਹ ਮੈਂ ਸਮਝਦਾ ਮੇਰੇ ਸਤਿਗੁਰਾਂ ਦੀ ਵਡਿਆਈ ਵੇਖੋ ਕਿੰਨੀ ਵੱਡੀ ਹੈ। ਸਾਨੂੰ ਆਪਣੇ ਧੀਆਂ ਪੁੱਤਰ ਬਣਾਉਣ ਦਾ ਇੰਨਾ ਵੱਡਾ ਮਾਣ ਬਖਸ਼ਿਆ ਮੇਰੇ ਬਾਜਾਂ ਵਾਲੇ ਨੇ। ਇਨ ਪੁੱਤਰਨ ਕੈ ਸੀਸ ਪੈ ਵਾਰ ਦੀਏ ਸੁਤ ਚਾਰ, ਚਾਰ ਮੂਏ ਤੋਂ ਕਿਆ ਹੁਆ ਜੀਵਤ ਕਈ ਹਜ਼ਾਰ। ਸੁੰਦਰ ਕੌਰੇ ਡੋਲਣਾ, ਆ ਸਾਰੇ ਤੁਹਾਡੇ ਧੀਆਂ ਪੁੱਤਰ ਨੇ ਨਾ। ਸਾਹਿਬ ਕੌਰੇ, ਸਾਰਾ ਖਾਲਸਾ ਤੁਹਾਡਾ ਹੀ ਹੈ ਨਾ। ਗੁਰਮੁਖੋ, ਜਦੋਂ ਇਤਿਹਾਸ ਦੀ ਵਿਚਾਰ ਚੱਲਦੀ, ਦਰਦਮੰਦਾਂ ਦੀਆਂ ਅੱਖਾਂ ਦੇ ਵਿੱਚੋਂ ਪਾਣੀ ਵਹਿ ਤੁਰਦਾ। ਬਸ ਇਸੇ ਸਮੇਂ ਅੰਦਰ ਡੱਲਾ ਚੌਧਰੀ ਵੀ ਨਹੀਂ ਰਹਿ ਸਕਦਾ ਤੇ ਬਾਤ ਆਪਣੀ ਕਹਿ ਦਿੰਦਾ। ਮੇਰੇ ਸਤਿਗੁਰੂ ਕਹਿਣ ਲੱਗੇ, ਕੋਈ ਗੱਲ ਨਹੀਂ, ਯਾਦ ਰੱਖਿਓ, ਬੰਦੇ ਦਾ ਮਨ ਹੈ। ਇਹ ਪਤਾ ਨਹੀਂ ਕਿਹੜੇ ਥਾਂ ਤੇ ਜਾ ਕੇ ਬੱਬਰ ਸ਼ੇਰ ਬਣ ਜਾਏ ਤੇ ਕਿਹੜੇ ਵੇਲੇ ਦਾ ਪਤਾ ਕੋਈ ਨਹੀਂ। ਇਹ ਗਿੱਦੜ ਬਣ ਲੱਗਿਆ ਵੀ ਚਿਰ ਨਹੀਂ ਲਾਉਂਦਾ। ਮੇਰੇ ਸਤਿਗੁਰਾਂ ਦਾ ਪਾਵਨ ਬਚਨ ਹੈ, ਕਬਹੂ ਜੀੜਾ ਊਬ ਚੜ੍ਹਦਾ ਹੈ, ਕਬਹੂ ਜਾਏ ਪਿਆਲੇ। ਪਤਾ ਨਹੀਂ ਕਿਹੜੇ ਵੇਲੇ ਤੇ ਇੰਨਾ ਉੱਚਾ ਦਾਨੀ ਤੇ ਬੜਾ ਮਹਾਨ ਬਣ ਬੈਠਦਾ ਹੈ ਤੇ ਕਦੇ ਕਦੇ ਬੜਾ ਬੁਝਦਿਲ ਜਿਹਾ ਬਣ ਜਾਂਦਾ ਹੈ। ਪਰ ਯਾਦ ਰੱਖੋ, ਗੁਰੂ ਦੇ ਚਰਨਾਂ ਵਿੱਚ ਆਣ ਕੇ ਐਸੀ ਚਤਰਾਈ ਨਹੀਂ, ਗੱਲਾਂ ਬਾਤਾਂ ਦੇ ਨਾਲ ਚੰਗੇ ਨਹੀਂ ਬਣਿਆ ਜਾਣਾ। ਜੇ ਗੁਰੂ ਕੋਲ ਆਵਾਂਗੇ ਨਾ ਤੇ ਫਿਰ ਗੁਰੂ ਦੀ ਮਾਤੀ ਗ੍ਰਹਿਣ ਕਰਨੀ ਪਏਗੀ। ਇੱਥੇ ਝੁਕਣਾ ਤੇ ਨਿਮਣਾ ਹੀ ਚੰਗਾ ਹੈ। ਗੁਰੂ ਦੇ ਹਜ਼ੂਰੀ ਅੰਦਰ ਆਣ ਕੇ ਸਿੱਖ ਦਾ ਸਿਰ ਝੁਕਿਆ ਹੀ ਚੰਗਾ ਹੈ। ਮੇਰੇ ਸਤਿਗੁਰਾਂ ਦਾ ਪਾਵਨ ਬਚਨ ਸਾਨੂੰ ਚੇਤੇ ਰਹੇ, ਗੱਲੀ ਅਸੀਂ ਚੰਗੀਆਂ ਆਚਾਰੀ ਬੁਰੀਆਂ, ਮਨੋ ਕੁਸੁੱਧਾ ਕਾਲੀਆਂ ਬਾਹਰੋਂ ਚਟਨੀਆਂ, ਰੀਸਾ ਕਰੇ ਤੇ ਨਾੜੀਆਂ ਜੋ ਸੇਵਾ ਦਰ ਖੜੀਆਂ। ਗੱਲਾਂ ਬਾਤਾਂ ਦੇ ਨਾਲ ਤਾਂ ਕਈ ਮਨੁੱਖ ਬੜੇ ਚੰਗੇ ਬਣਦੇ ਨੇ, ਪਰ ਯਾਦ ਰੱਖਿਓ, ਗੱਲਾਂ ਬਾਤਾਂ ਦੇ ਨਾਲ ਉਸ ਮਾਲਕ ਦੇ ਦਰ ਤੇ ਬੰਦਾ ਕਦੇ ਪ੍ਰਵਾਨ ਨਹੀਂ ਹੁੰਦਾ। ਜਿਨ ਮਨ ਹੋਰ ਮੁਖ ਹੋਰ ਸਿੱਖਾਂ ਦੇ ਕੱਚੇ। ਇੱਥੇ ਤਾਂ ਅੰਦਰੋਂ ਬਾਹਰੋਂ ਉਹ ਬਣਨਾ ਪਏਗਾ, ਦਿਲੋਂ ਮੁਹੱਬਤ ਜਿਨ ਸਹੀ ਸੱਚਿਆ। ਇੱਥੇ ਤਾਂ ਜਿਹੜੇ ਉਹੀ ਪ੍ਰਵਾਨ ਹੁੰਦੇ ਨੇ ਜਿਹੜੇ ਅੰਦਰੋਂ ਤੇ ਬਾਹਰੋਂ ਇੱਕ ਹੋਣ। ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਡੱਲੇ ਦੇ ਕੋਲ ਨੇ। ਨੋਟ ਵਿੱਚ ਰੱਖੀਏ, ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਡੱਲੇ ਦੀ ਹਵੇਲੀ ਦੀ ਬਜਾਏ ਬਾਹਰ ਅਸਥਾਨ ਡੇਰਾ ਲਾਇਆ। ਇਤਿਹਾਸ ਕਹਿੰਦਾ, ਬਾਪੂ ਸੀਤਲ ਜੀ ਲਿਖਦੇ ਨੇ, 5 ਦਿਨ ਪ੍ਰਸ਼ਾਦ ਇਹਦੇ ਘਰੋਂ ਆਇਆ। ਮੇਰੇ ਸਤਿਗੁਰਾਂ ਨੇ ਸਵੀਕਾਰ ਕੀਤਾ, ਪਰ ਉਸ ਤੋਂ ਬਾਅਦ ਨਹੀਂ। ਮੇਰੇ ਸਤਿਗੁਰਾਂ ਨੇ ਵੱਖ ਅਸਥਾਨ ਤੇ ਲੰਗਰ ਆਰੰਭ ਕਰ ਦਿੱਤੇ, ਕਿਉਂਕਿ ਸੰਗਤ ਵੱਡੀ ਗਿਣਤੀ ਵਿੱਚ ਸਤਿਗੁਰਾਂ ਦੇ ਕੋਲ ਜੁੜਨ ਲੱਗ ਪਈ। ਮੇਰੇ ਗੁਰਦੇਵ ਪਾਤਸ਼ਾਹ ਜੀ ਤੋਂ ਪਹਿਲਾਂ ਇਸੇ ਅਸਥਾਨ ਤੇ ਇਤਿਹਾਸ ਕਹਿੰਦਾ 9ਵੇਂ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ 9 ਦਿਨ ਰਹੇ ਸਨ ਇਸੇ ਅਸਥਾਨ ਦੇ ਉੱਤੇ। ਅੱਜ ਮੇਰੇ ਬਾਜਾਂ ਵਾਲੇ ਗੁਰਦੇਵ ਪਾਤਸ਼ਾਹ ਉਸ ਅਸਥਾਨ ਤੇ ਸਨ। ਇੱਕ ਦਿਨ ਡੱਲਾ ਫਿਰ ਆਪਣੀ ਗੱਲ ਨੂੰ ਦੁਹਰਾ ਕੇ ਕਹਿਣ ਲੱਗ ਪਿਆ। ਮੇਰੇ ਪਾਤਸ਼ਾਹ ਕਹਿਣ ਲੱਗੇ, ਕੋਈ ਗੱਲ ਨਹੀਂ ਡੱਲਿਆ, ਫਿਰ ਆ ਜਾਏਗਾ ਵਕਤ। ਕਹਿੰਦਾ, ਨਹੀਂ ਦਾਤਾ, ਮੈਨੂੰ ਨਹੀਂ ਆਸ ਵੀ ਮੁੜ ਕੇ ਮੈਨੂੰ ਇਦਾਂ ਦਾ ਸਮਾਂ ਮਿਲੇ। ਲਓ ਜੀ, ਗੱਲਾਂ ਬਾਤਾਂ ਚੱਲ ਰਹੀਆਂ ਸਨ।
ਇੰਨੇ ਚਿਰ ਨੂੰ ਇੱਕ ਸ਼ਰਧਾਵਾਨ ਸਿੱਖ ਸ਼ਸਤਰ ਲੈ ਕੇ, ਉਹਨਾਂ ਸ਼ਸਤਰਾਂ ਦੇ ਵਿੱਚ ਇੱਕ ਬੰਦੂਕ ਵੀ ਹੈ, ਉਹ ਲਿਆ ਕੇ ਗੁਰੂ ਚਰਨਾਂ ਵਿੱਚ ਹਾਜ਼ਰ ਕੀਤੀ, ਮੱਥਾ ਟੇਕਿਆ। ਇਹ ਐਲਾਨ ਮੇਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਨੇ ਵੀ ਕੀਤਾ ਸੀ ਅਕਾਲ ਤਖਤ ਸਾਹਿਬ। ਗੁਰਸਿੱਖੋ, ਵੇਲਾ ਬਦਲ ਗਿਆ, ਬੜੀਆਂ ਭੇਟਾਂ ਗੁਰੂ ਚਰਨਾਂ ਵਿੱਚ ਤੁਸੀਂ ਲੈ ਕੇ ਆਉਂਦੇ ਹੋ, ਪਰ ਹੁਣ ਚੰਗਾ ਹੋਵੇਗਾ ਚੰਗੀਆਂ ਜਵਾਨੀਆਂ, ਘੋੜੇ ਔਰ ਚੰਗੇ ਸ਼ਸਤਰ ਗੁਰੂ ਕੇ ਦਰਬਾਰ ਵਿੱਚ ਲੈ ਕੇ ਹਾਜ਼ਰ ਹੋਵੋਗੇ ਨਾ, ਕਿਉਂਕਿ ਵਕਤ ਦੀ ਸਰਕਾਰ ਦਾ ਜਿੰਨਾ ਚਿਰ ਮੂੰਹ ਤੋੜਵਾ ਜਵਾਬ ਨਹੀਂ ਦਿੱਤਾ ਜਾਂਦਾ, ਉਹਨਾਂ ਚਿਰ ਇਹ ਆਪਣੇ ਮਨੋਂ ਵੱਧਦੀ ਜਾਏਗੀ, ਕਿਉਂਕਿ ਇਹਨਾਂ ਦੇ ਸਰੀਰ ਵਿੱਚ ਦਿਲ ਦੀ ਥਾਂ ਤੇ ਪੱਥਰ ਪਿਆ ਏ, ਤੇ ਪੱਥਰ ਦਾ ਇੱਕੋ ਇੱਕ ਇਲਾਜ ਏ ਵੀ ਆਪਣੇ ਹੱਥ ਵਿੱਚ ਹਥੌੜਾ ਪਕੜਨਾ ਤੇ ਕੱਸ ਕੇ ਪੱਥਰ ਦੇ ਉੱਤੇ ਮਾਰਨਾ, ਉਹਦੇ ਟੁਕੜੇ ਕਰਕੇ ਧਰਤੀ ਤੇ ਸੁੱਟ ਦੇਣਾ। ਇਹੋ ਹੀ ਐਲਾਨ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਦੇ ਪੋਤਰੇ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕੀਤਾ ਸੀ। ਗੁਰਸਿੱਖੋ, ਲਾਹੌਰ ਦਾ ਇੱਕ ਸਿੱਖ ਆਇਆ, ਉਹਨੇ ਗੁਰੂ ਚਰਨਾਂ ਵਿੱਚ ਆਣ ਕੇ ਨਮਸਕਾਰ ਕੀਤੀ, ਸੱਚੇ ਪਾਤਸ਼ਾਹ ਮਹਾਰਾਜ ਨੂੰ ਮੱਥਾ ਟੇਕ ਕੇ ਸਾਹਮਣੇ ਹੱਥ ਜੋੜ ਕੇ ਖਲੋ ਗਿਆ। ਇਹਨੇ ਹੱਥ ਵਿੱਚ ਬੰਦੂਕ ਫੜੀ ਹੋਈ ਹੈ, ਕਹਿਣ ਲੱਗਾ, ਮਹਾਰਾਜ ਤੁਹਾਡੀ ਅਸੀਸ ਮਿਲੀ, ਤੁਹਾਡੀ ਰਹਿਮਤ ਦਾ ਸਦਕਾ ਮੈਂ ਦਿਨ ਤੇ ਰਾਤ ਮਿਹਨਤ ਕੀਤੀ। ਮਹਾਰਾਜ ਇੱਥੇ ਸ਼ਸਤਰ ਤਾਂ ਹੋਰ ਵੀ ਬਣਾਏ, ਪਰ ਆ ਜਿਹੜੀ ਬੰਦੂਕ ਹੈ ਨਾ ਮਹਾਰਾਜ, ਬੜੀ ਮੈਂ ਰੀਝਾਂ ਦੇ ਨਾਲ ਬਣਾਈ ਹੈ। ਗਰੀਬ ਨਵਾਜ਼ ਸੱਚੇ ਪਾਤਸ਼ਾਹ, ਮੈਨੂੰ ਇਹਦੇ ਉੱਤੇ ਬੜਾ ਮਾਣ ਹੈ ਕਿ ਇਹ ਜਿਹੜੀ ਬੰਦੂਕ ਹੈ ਨਾ, ਇਹ ਦਗਾ ਨਹੀਂ ਦੇਗੀ, ਇਹ ਧੋਖਾ ਨਹੀਂ ਦੇਗੀ। ਆਓ ਸਰਵਣ ਕਰੀਏ ਉਹ ਬੰਦੂਕ ਮੇਰੇ ਗੁਰਦੇਵ ਸਤਿਗੁਰੂ ਸੱਚੇ ਪਾਤਸ਼ਾਹ ਦੇ ਦਸਤੇ ਮੁਬਾਰਕ ਉਹਨਾਂ ਦੇ ਕਰ ਕਮਲਾਂ ਤੇ ਰੱਖ ਕੇ ਆਇਆ ਹੋਇਆ ਸਿੱਖ ਜੋ ਬੇਨਤੀਆਂ ਕਰ ਰਿਹਾ ਹੈ, ਜੋ ਆਪਣੀ ਬਣਾਈ ਹੋਈ ਇਸ ਬੰਦੂਕ ਦੀਆਂ ਸਿਫਤਾਂ ਕਰਦਾ ਹੈ, ਉਹਨਾਂ ਬੋਲਾਂ ਦਾ ਵੇਰਵਾ ਢਾਡੀ ਜੱਥਾ ਹੈ ਇਉਂ ਬੰਦੂਕ ਲਿਆ, ਉਹ ਫਿਰ ਸਿਫਤਾਂ ਕਰਦਾ ਉਹਦੀਆਂ। ਉਹ ਫਿਰ ਸਿਫਤਾਂ ਕਰਦਾ ਉਹਦੀਆਂ,
ਗੱਜ ਦੀ ਤਾਂ ਦੇਵੇ ਧਰਤ ਕਮਾਏ ਤਾਂ ਅਗ ਵਰਛੇ ਅੰਦਰੋਂ ਅੰਦਰੋਂ ਕਰ ਦੁਸ਼ਮਣ ਦੇਵੇ ਲਾਏ ਤਾਂ ਕੋਟ ਲੋਹੇ ਦੇ ਬੰਨ ਕੇ ਕੋਟ ਲੋਹੇ ਦੇ ਬੰਨ ਕੇ ਵਿੱਚ ਕਾਂ ਦੱਸਦੀ ਜਾ ਇਹ ਤਾਂ ਦੋ ਵਿੱਚ ਦੀ ਨਿਕਲੇ ਚੱਟ ਨਿੱਕੇ ਲਹੂ ਚੋਂ ਨਾ ਨਹੀਂ ਆਲਾ ਵਾਰੇ ਗਿਆ ਜੀ ਮੈਂ ਭਰ ਦਿੰਦਾ ਹਾਂ ਇਸ ਨੂੰ ਤੇ ਆਪ ਲਵੋ ਪਰਵਾਨ ਹੋ ਇਹ ਬੇਟਾ ਦਰ ਪਰਵਾਨ ਹੋ ਦਿਲ ਮੇਰੇ ਹੋ ਤਾ ਪਿੱਛੋਂ ਢਾਡੀ ਵਾਰਾਂ ਗਾਉਣਗੇ। ਇੱਕ ਵਾਰ ਸਾਰੀ ਸੰਗਤ ਸਤਿਗੁਰਾਂ ਨੂੰ ਸੀਸ ਝੁਕਾ ਕੇ ਕਹਿ ਲਈਏ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਬਾਜਾਂ ਵਾਲੇ ਗੁਰਦੇਵ ਪਾਤਸ਼ਾਹ ਜੀ ਦੇ ਸਾਹਮਣੇ ਖਲੋਤਾ ਹੋਇਆ ਸਿੱਖ ਲਾਹੌਰ ਤੋਂ ਆਇਆ, ਕਹਿੰਦਾ ਦਾਤਾ ਆ ਜਿਹੜੀ ਬੰਦੂਕ ਹੈ ਨਾ ਬੜੀ ਮਜ਼ਬੂਤ ਬਣੀ ਹੈ, ਮੇਰਾ ਯਕੀਨ ਹੈ ਵੀ ਇਹ ਕਦੇ ਵੀ ਰਣ ਤੱਤੇ ਦੇ ਵਿੱਚ ਧੋਖਾ ਨਹੀਂ ਦੇਗੀ, ਦਗਾ ਨਹੀਂ ਦੇਗੀ, ਇਹਦਾ ਜਿਹੜਾ ਫਾਇਰ ਹੈ ਕਦੇ ਮਿਸ ਹੋਣ ਵਾਲਾ ਨਹੀਂ। ਮਹਾਰਾਜ ਕਹਿਣ ਲੱਗੇ ਇੰਨਾ ਭਰੋਸਾ ਹੈ? ਕਹਿੰਦਾ ਦਾਤਾ ਆਪਣੇ ਹੱਥਾਂ ਨਾਲ ਦਿਨ ਰਾਤ ਮਿਹਨਤ ਕਰਕੇ ਬਣਾਈ ਹੈ, ਮੇਰੇ ਦਿਲੀ ਭਾਵਨਾ ਸੀ ਮੈਂ ਤੁਹਾਡੇ ਚਰਨਾਂ ਵਿੱਚ ਐਸੀ ਇੱਕ ਬੰਦੂਕ ਭੇਟਾ ਕਰਾਂ। ਗੁਰਸਿੱਖੋ ਸਤਿਗੁਰਾਂ ਨੇ ਆਪਣੇ ਹੱਥ ਵਿੱਚ ਫੜ ਲਈ ਉਹ ਬੰਦੂਕ। ਸੰਗਤ ਵੀ ਇਸੇ ਤਰ੍ਹਾਂ ਬੈਠੀ ਹੈ, ਸੰਗਤ ਵੀ ਵਾਅਵਾ ਕਰਦੀ, ਉਹਨਾਂ ਸੰਗਤਾਂ ਦੇ ਵਿੱਚ ਹੀ ਬੈਠਾ ਹੋਇਆ ਚੌਧਰੀ ਡੱਲਾ ਵੀ ਹੈ, ਉਹ ਵੀ ਹੁੰਗਾਰਾ ਭਰਦਾ ਹੈ। ਮੇਰੇ ਸਤਿਗੁਰਾਂ ਨੇ ਹੱਥ ਵਿੱਚ ਬੰਦੂਕ ਫੜੀ ਤੇ ਵਿਸ਼ੇਸ਼ ਤੌਰ ਤੇ ਅਦਲਾ ਬਦਲੀ ਕਰਕੇ ਉਲਟਾ ਪਲਟਾ ਕੇ ਕਦੇ ਖੱਬੇ ਹੱਥ ਤੇ ਕਦੇ ਸੱਜੇ ਹੱਥ ਤੇ ਮੇਰੇ ਸਤਿਗੁਰੂ ਵੇਖਦੇ ਨੇ ਤੇ ਡੱਲੇ ਨੂੰ ਇਸ਼ਾਰਾ ਕਰਕੇ ਕਹਿੰਦੇ, ਡੱਲਿਆ ਕਿਵੇਂ ਲੱਗੀ ਬੰਦੂਕ? ਠੀਕ ਹੈ, ਵਧੀਆ। ਕਹਿੰਦਾ ਦਾਤਾ ਕਿਆ ਬਾਤਾਂ ਨੇ ਇਸ ਬੰਦੂਕ ਦੀਆਂ, ਤਾਂ ਏਡੀ ਚੰਗੀ। ਮਹਾਰਾਜ ਤੁਹਾਡੇ ਹੱਥਾਂ ਵਿੱਚ ਫੜੀ ਹੋਈ ਇਹ ਬੰਦੂਕ ਜਿਹੜੀ ਹੈ ਇਹ ਬੜੀ ਚੰਗੀ ਸੱਜ ਰਹੀ ਹੈ। ਮੇਰੇ ਪਾਤਸ਼ਾਹ ਕਹਿਣ ਲੱਗੇ ਸਿਰਫ ਬਾਹਰਲਾ ਸ਼ਿੰਗਾਰ ਨਹੀਂ ਵੇਖਣਾ ਚਾਹੀਦਾ, ਅਸਲ ਵਿੱਚ ਸ਼ਸਤਰ ਉਹ ਹੈ ਜਿਹੜਾ ਪਰਖ ਲਿਆ ਜਾਏ। ਭਰੋਸਾ ਉਸੇ ਤੇ ਕੀਤਾ ਜਾਂਦਾ ਹੈ, ਕਿਤੇ ਸਮੇਂ ਤੇ ਦਗਾ ਨਾ ਦੇ ਜਾਏ ਸ਼ਸਤਰ। ਮਹਾਰਾਜ ਕਹਿਣ ਲੱਗੇ ਪਰਖਣਾ ਚਾਹੀਦਾ। ਕਹਿੰਦਾ ਸੱਚੇ ਪਾਤਸ਼ਾਹ ਮੈਂ ਇਸ ਗੱਲ ਨਾਲ ਸਹਿਮਤ ਹਾਂ। ਡੱਲਾ ਹਾਮੀ ਭਰਦਾ ਹੈ, ਕਹਿੰਦਾ ਦਾਤਾ ਮੈਂ ਵੀ ਇਸ ਗੱਲ ਨਾਲ ਸਹਿਮਤ ਹਾਂ ਵੀ ਸ਼ਸਤਰ ਪਰਖ ਲੈਣਾ ਚਾਹੀਦਾ, ਕਿਤੇ ਸਮੇਂ ਤੇ ਦਗਾ ਨਾ ਦੇ ਜਾਏ, ਧੋਖਾ ਨਾ ਦੇ ਜਾਏ। ਮੇਰੇ ਪਾਤਸ਼ਾਹ ਕਹਿੰਦੇ ਵੇ ਪਰਖ ਲਈਏ? ਕਹਿੰਦਾ ਮਹਾਰਾਜ ਬਿਲਕੁਲ ਪਰਖੋ। ਸਤਿਗੁਰੂ ਕਹਿਣ ਲੱਗੇ ਤੇਰੇ ਕੋਲ ਜਵਾਨ ਕਿੰਨੇ ਨੇ? ਜਦੋਂ ਅਜੇ ਮੇਰੇ ਦਾਤੇ ਨੇ ਇੰਨੀ ਕੋ ਗੱਲ ਕਹੀ ਨਾ ਇਹਦਾ ਮੱਥਾ ਠਣਕਿਆ, ਕਹਿੰਦਾ ਮਨਾ ਗੱਲ ਤਾਂ ਤੇਰੇ ਵੱਲ ਆ ਚੱਲੀ ਹੈ।
ਸੱਚੇ ਪਾਤਸ਼ਾਹ ਕਹਿਣ ਲੱਗੇ ਕਿੰਨੇ ਕੁ ਜਵਾਨ ਨੇ ਤੇਰੇ ਕੋਲ? ਪਹਿਲਾਂ ਨਾਲੋਂ ਸੁਰ ਨੀਵੀਂ ਹੋ ਗਈ। ਕਹਿੰਦਾ ਸੱਚੇ ਪਾਤਸ਼ਾਹ ਮੇਰੇ ਕੋਲ ਜਵਾਨ 500 ਹੈ ਹੀ ਨੇ। ਜਿਹੜਾ ਪਹਿਲਾਂ ਹੁੱਬ ਕੇ ਕਹਿੰਦਾ ਸੀ ਨਾ, ਮੇਰੇ ਕੋਲ ਉਹ 500 ਜਵਾਨ ਜਿਨ੍ਹਾਂ ਦੇ ਪੈਰ ਧਰਤੀ ਤੇ ਸਿਰ ਅਸਮਾਨ ਤੇ ਚੌੜੀਆਂ ਛਾਤੀਆਂ। ਕਹਿੰਦਾ ਦਾਤਾ 500 ਜਵਾਨ ਹੈ ਹੀ ਆ ਮੇਰੇ ਕੋਲ। ਮੇਰੇ ਪਾਤਸ਼ਾਹ ਕਹਿਣ ਲੱਗੇ 500 ਤੋਂ ਕੀ ਲੈਣਾ, ਜਾਂ ਤੂੰ ਇੱਕ ਨੂੰ ਸੱਦ ਲਿਆ। ਕਹਿੰਦਾ ਦਾਤਾ ਇੱਕ ਕੋਲੋਂ ਕੀ ਕਰਾਵਾਂਗੇ? ਮੇਰੇ ਪਾਤਸ਼ਾਹ ਕਹਿੰਦੇ ਆ ਬੰਦੂਕ ਪਰਖਣੀ ਹੈ। ਹੈਰਾਨ ਹੋ ਗਿਆ, ਕਹਿੰਦਾ ਸੱਚੇ ਪਾਤਸ਼ਾਹ ਬੰਦੂਕ ਪਰਖਣੀ ਹੈ ਬੰਦੇ ਤੇ? ਕਹਿਣ ਲੱਗੇ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਹੋਰ ਇਹਦੇ ਵਾਰ ਕਰਨੇ ਨੇ, ਇਹਨੇ ਮੈਦਾਨੇ ਜੰਗ ਦੇ ਵਿੱਚ ਦੁਸ਼ਮਣਾਂ ਦੇ ਆਹੂ ਲਾਉਣੇ ਨੇ, ਤੇ ਆਪਾਂ ਤੇ ਪਰਖਣੀ ਹੈ ਨਾ। ਆਪਾਂ ਫਾਇਰ ਕਰਕੇ ਵੇਖਣਾ, ਨਿਸ਼ਾਨਾ ਲਾ ਕੇ ਵੇਖਣਾ, ਤੇ ਬੰਦੇ ਦੀ ਛਾਤੀ ਦੇ ਵਿੱਚੋਂ ਕੱਢ ਕੇ ਵੇਖਾਂਗੇ ਨਾ। ਹੈਰਾਨ ਜਾ ਹੋ ਗਿਆ। ਸੱਚੇ ਪਾਤਸ਼ਾਹ ਇਹੋ ਕੋਈ ਗੱਲ ਜੱਚਦੀ ਜੀ ਨਹੀਂ। ਮਹਾਰਾਜ ਹੋਰ ਕਿਸੇ ਚੀਜ਼ ਤੇ ਪਰਖ ਲੈਣਾ ਚਾਹੀਦਾ। ਮੇਰੇ ਪਾਤਸ਼ਾਹ ਕਹਿਣ ਲੱਗੇ ਡੱਲਿਆ ਨਹੀਂ, ਵਾਹ ਮਰਦਾਂ ਨਾਲ ਹੀ ਪੈਂਦਾ ਹੈ। ਨਾਲੇ ਤੇਰੇ ਜਿਹੜੇ ਜਵਾਨ ਨੇ ਉਹਦੇ ਮੌਤ ਨੂੰ ਮਜ਼ਾਕਾ ਕਰਨ ਵਾਲੇ ਨੇ, ਉਹ ਕਿਸੇ ਕੋਲੋਂ ਡਰਨ ਵਾਲੇ ਨਹੀਂ। ਜਾਂ ਐਉਂ ਕਰ ਉਹਨਾਂ 500 ਦੇ ਵਿੱਚੋਂ ਕਿਸੇ ਇੱਕ ਨੂੰ ਸੱਦ ਲਿਆ। ਹੁਣ ਗੱਲਾਂ ਕਿਵੇਂ ਇਨਕਾਰ ਕਰੇ? ਗੱਲਾਂ ਤਾਂ ਮਾਰ ਬੈਠਾ। ਮਨੋਂ ਕਦੀ ਹੁੱਬ ਕੇ ਗੱਲਾਂ ਅਸੀਂ ਚੰਗੀਆਂ, ਚੇਤੇ ਰੱਖਿਓ ਜੇ। ਹੁਣ ਡੱਲਾ ਇਨਕਾਰ ਨਹੀਂ ਕਰ ਸਕਦਾ। ਮੇਰੇ ਦਾਤਾਰ ਜੀ ਦੇ ਕੋਲੋਂ ਹੌਲੀ ਹੌਲੀ ਤੁਰ ਪਿਆ। ਜਾਣਾ ਕਿੱਥੋਂ ਤੱਕ ਸੀ? ਜਿੱਥੇ ਦੇ 500 ਜਵਾਨ ਬੈਠੇ ਸਨ ਡੇਰੇ ਤੇ। ਇਹੋ ਜਾਪਿਆ ਜਿਵੇਂ ਲੱਤਾਂ ਮਣ ਪੱਕੀਆਂ ਭਾਰੀਆਂ ਹੋ ਗਈਆਂ ਨੇ, ਤੁਰਿਆ ਹੀ ਨਹੀਂ ਜਾਂਦਾ। ਹੌਲੀ ਹੌਲੀ ਪਹੁੰਚ ਗਿਆ ਉਹਨਾਂ ਤੰਬੂਆਂ ਦੇ ਕੋਲ ਜਿੱਥੇ ਦੇ 500 ਜਵਾਨ ਸਨ। ਇਹਨੇ ਹੱਥ ਦਾ ਇਸ਼ਾਰਾ ਕਰਕੇ ਆਵਾਜ਼ ਮਾਰ ਕੇ ਆਖਿਆ ਇੱਧਰ ਆਓ। ਜਿਹੜੇ 500 ਦੇ ਮੁਖੀ ਤੇ ਆਗੂ ਸਨ ਨਾ ਦੌੜ ਕੇ ਆਏ ਡੱਲੇ ਚੌਧਰੀ ਦੇ ਕੋਲ, ਸਰਦਾਰ ਦੇ ਕੋਲ। ਕਹਿੰਦੇ ਸਰਦਾਰ ਸਾਹਿਬ ਕੀ ਹੁਕਮ ਹੈ? ਧੀਮੀ ਜੀ ਆਵਾਜ਼ ਵਿੱਚ ਕਹਿਣ ਲੱਗਾ ਇੱਕ ਜਵਾਨ ਦੀ ਲੋੜ ਹੈ। ਉਹਨਾਂ ਆਖਿਆ ਇੱਕ? ਅਸੀਂ ਸਾਰੇ ਹੀ ਤੁਹਾਡੇ ਆ, ਦੱਸੋ ਤਾਂ ਸਹੀ ਜਾਣਾ ਕਿਹੜੇ ਇਲਾਕੇ ਨੂੰ ਆਪਾਂ ਸਰ ਕਰਨ ਵਾਸਤੇ? ਅਸੀਂ ਸਾਰੇ ਜਾਣ ਲਈ ਤਿਆਰ ਹਾਂ। ਇਹਨੇ ਆਖਿਆ ਨਹੀਂ ਇੱਕ ਦੀ ਲੋੜ ਪੈ ਗਈ ਹੈ। ਪੁੱਛ ਲਿਆ ਉਹਨਾਂ ਨੇ, ਕਹਿਣ ਲੱਗੇ ਜੀ ਇੱਕ ਨੂੰ ਕਿੱਥੇ ਖੜਨਾ ਹੈ? ਇਹਨੇ ਆਖਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਾਹਮਣੇ ਜਾਣਾ ਹੈ। ਮਹਾਰਾਜ ਦੇ ਸਾਹਮਣੇ ਜਾ ਕੇ ਕੀ ਕਰਨਾ ਹੈ? ਇਹਨੇ ਆਖਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਹੱਥ ਵਿੱਚ ਬੰਦੂਕ ਫੜੀ ਹੋਈ ਹੈ, ਨਿਸ਼ਾਨਾ ਪਰਖਣਾ, ਉਸ ਬੰਦੂਕ ਦੀ ਪਰਖ ਕਰਨੀ ਹੈ। ਜਿਹੜਾ ਜਵਾਨ ਜਾਏਗਾ ਨਾ ਉਹਦੀ ਛਾਤੀ ਦੇ ਵਿੱਚੋਂ ਗੋਲੀ ਕੱਢ ਕੇ ਵੇਖਣੀ ਹੈ, ਬੰਦੂਕ ਦੀ ਪਰਖ ਕਰਨੀ ਹੈ। ਜਦੋਂ ਇਹਨਾਂ ਸਰਦਾਰਾਂ ਨੇ ਸੁਣਿਆ, ਆਗੂਆਂ ਨੇ ਸੁਣਿਆ, 2 ਕਦਮ ਪਿੱਛੇ ਹੋ ਕੇ ਖਲੋ ਗਏ। ਕਹਿਣ ਲੱਗੇ ਸਰਦਾਰ ਸਾਹਿਬ ਤੁਹਾਡੀ ਅਕਲ ਟਿਕਾਣੇ ਹੈ? ਪਰਖਣੀ ਬੰਦੂਕ ਤੇ ਮਾਰਨਾ ਬੰਦਾ, ਇਹ ਕਿੱਧਰ ਦੀ ਸਿਆਣਪ ਹੈ? ਇਹ ਗੱਲ ਔਖੀ ਹੈ। ਇਹਨੇ ਆਖਿਆ ਮੇਰੀ ਇੱਜ਼ਤ ਦਾ ਸਵਾਲ ਹੈ। ਉਹਨਾਂ ਅੱਗੋਂ ਉੱਤਰ ਦਿੱਤਾ ਤੇਰੀ ਇੱਜ਼ਤ ਦਾ ਸਵਾਲ ਹੈ, ਸਾਡੀ ਜ਼ਿੰਦਗੀ ਦਾ ਸਵਾਲ ਹੈ। ਇਹ ਕੋਈ ਸੌਖੀ ਜੀ ਖੇਡ ਹੈ? ਐਵੇਂ ਬਿਨਾਂ ਲੋੜ ਤੋਂ ਸਾਹਮਣੇ ਜਾ ਕੇ ਖਲੋ ਜਾਓ ਤੇ ਛਾਤੀ ਵਿੱਚ ਦੀ ਗੋਲੀ ਲੰਘਾ ਦੇਣ, ਇਹ ਕੋਈ ਗੱਲ ਹੈ? ਕਹਿਣ ਲੱਗਾ ਨਹੀਂ, ਜਿਹੜਾ ਮਰ ਜਾਏਗਾ ਨਾ ਉਹ ਪਰਿਵਾਰ ਦਾ ਫਿਕਰ ਨਾ ਕਰੇ, ਉਹਨੂੰ ਜ਼ਗੀਰਾਂ ਦੇ ਦਿੱਤੀਆਂ ਜਾਣਗੀਆਂ, ਪਰਿਵਾਰ ਵਾਸਤੇ ਧਨ ਦੌਲਤ ਦਾ ਘਾਟਾ ਨਹੀਂ ਰਹੇਗਾ। ਉਹਨਾਂ ਉੱਤਰ ਦੇ ਕੇ ਆਖਿਆ ਜਦੋਂ ਅਸੀਂ ਮਰ ਜਾਣਾ, ਜਿਹੜਾ ਸਾਹਮਣੇ ਗਿਆ ਤੇ ਮਗਰੋਂ ਜ਼ਗੀਰਾਂ ਚਟਣੀਆਂ ਨੇ, ਸਾਨੂੰ ਜ਼ਗੀਰਾਂ ਜਾਇਦਾਦਾਂ ਦੀ ਲੋੜ ਨਹੀਂ। ਇਹਨੇ ਇੱਕ ਹੋਰ ਪਲਟਾ ਮਾਰਿਆ। ਕਹਿਣ ਲੱਗਾ ਨੋਟ ਰੱਖਿਓ, ਜਿਹੜਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਦੇ ਹੱਥ ਵਿੱਚੋਂ ਚੱਲੀ ਹੋਈ ਗੋਲੀ ਦੇ ਨਾਲ ਮਾਰਿਆ ਜਾਏਗਾ ਨਾ, ਉਹ ਸਿੱਧਾ ਸੱਚਖੰਡ ਨੂੰ ਜਾਏਗਾ। ਜਦੋਂ ਇਹ ਗੱਲ ਡੱਲੇ ਸਰਦਾਰ ਨੇ ਕਹੀ, ਸਾਰੇ ਇੱਕੋ ਸੁਰ ਵਿੱਚ ਬੋਲ ਪਏ ਚੌਧਰੀ ਸਾਹਿਬ ਜਿਹੜੇ ਸੱਚਖੰਡ ਦਾ ਰਸਤਾ ਸਾਨੂੰ ਦਿਖਾਉਂਦੇ ਹੋ, ਤੁਹਾਨੂੰ ਨਹੀਂ ਚੰਗਾ ਲੱਗਦਾ ਸੱਚਖੰਡ? ਤੁਸੀਂ ਜਾ ਕੇ ਵੇਖ ਲਓ ਉਸ ਸੱਚਖੰਡ ਨੂੰ। ਜਵਾਬ ਕੋਈ ਨਾ ਰਹਿ ਗਿਆ, ਇੱਕ ਵੀ ਨਾ ਮੰਨਿਆ। ਵਾਪਸ ਮੁੜ ਪਿਆ ਡੱਲਾ ਸਰਦਾਰ। ਨੀਵੀਂ ਪਾਈ ਤੁਰਿਆ ਆਉਂਦਾ ਹੈ। ਜਵਾਬ ਕੋਈ ਔੜਦਾ ਨਹੀਂ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਪੁੱਛ ਲੈਣਾ। ਐਸਤਾ ਚੱਲਦਾ ਆ ਗਿਆ ਮੇਰੇ ਸਤਿਗੁਰੂ, ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ। ਮੇਰੇ ਦਾਤੇ ਤਾਂ ਜਾਣਦੇ ਨੇ ਨਾ ਵੀ ਇਹ ਡੱਲਾ ਸਰਦਾਰ ਤੁਰਿਆ ਆਉਂਦਾ ਕਿਵੇਂ ਨੀਵੀਂ ਪਾਈ ਹੋਈ ਹੈ। ਨੇੜੇ ਆ ਕੇ ਖਲੋ ਗਿਆ। ਅੱਖਾਂ ਵਿੱਚ ਅੱਖਾਂ ਪਾ ਕੇ ਗੱਲ ਕਰਨ ਦੀ ਜ਼ਰੂਰਤ ਤਾਂ ਵੈਸੇ ਕਿਸੇ ਦੀ ਨਹੀਂ, ਪਰ ਸਤਿਗੁਰਾਂ ਵੱਲ ਆਪਣਾ ਮੂੰਹ ਵੀ ਨਹੀਂ ਕਰਦਾ। ਮਹਾਰਾਜ ਕਹਿਣ ਲੱਗੇ ਡੱਲਿਆ ਆ ਗਿਆ? ਇਹਨੇ ਹਾਂ ਵਿੱਚ ਸਿਰ ਹਿਲਾਇਆ। ਮੇਰੇ ਪਾਤਸ਼ਾਹ ਕਹਿਣ ਲੱਗੇ ਕੋਈ ਜਵਾਨ ਆਇਆ ਨਹੀਂ ਤੇਰਾ? ਉਹ ਤਿਆਰੀ ਕਰਦੇ ਨਹੀਂ, ਇੰਨਾ ਟਾਈਮ ਲੱਗ ਗਿਆ। ਇਹ ਨੀਵੀਂ ਜੀ ਪਾਈ ਖਲੋਤਾ। ਮੇਰੇ ਸਤਿਗੁਰੂ ਕਹਿਣ ਲੱਗੇ ਡੱਲਿਆ ਕੁਝ ਬੋਲਦਾ ਕਿਉਂ ਨਹੀਂ? ਆਓ ਤੱਕਿਓ ਜੇ। ਮੇਰੇ ਬਾਜਾਂ ਵਾਲੇ ਗੁਰਦੇਵ ਪਾਤਸ਼ਾਹ ਜਦੋਂ ਪੁੱਛਦੇ ਨੇ ਨਾ, ਫਿਰ ਡੱਲਾ ਐਸਤਾ ਜੀ ਧੀਮੀ ਜੀ ਆਵਾਜ਼ ਵਿੱਚ ਕਹਿੰਦਾ ਸੱਚੇ ਪਾਤਸ਼ਾਹ ਕੀ ਦੱਸਾਂ,
ਉਹਨਾਂ 500 ਦੇ 500 ਵਿੱਚੋਂ ਇੱਕ ਵੀ ਆਉਣ ਲਈ ਤਿਆਰ ਨਹੀਂ ਹੋਇਆ। ਕੀ ਕਹਿ ਰਿਹਾ ਸੀ? ਸਰਵਣ ਕਰੋ ਇਹਨਾਂ ਬੈਂਤ ਦੇ ਅੱਖਰਾਂ ਵਿੱਚ ਇਹੋ ਬੇਨਤੀ। ਨੀਵੀਂ ਧੌਣ ਕਰਕੇ ਡੱਲਾ ਕਹਿਣ ਲੱਗਾ, ਨੀਵੀਂ ਧੌਣ ਕਰਕੇ ਡੱਲਾ ਕਹਿਣ ਲੱਗਾ, ਕੀਤਾ ਮੌਤ ਦਾ ਕਿਸੇ ਇਕਰਾਰ ਨਹੀਂ, ਕੀਤਾ ਮੌਤ ਦਾ ਕਿਸੇ ਇਕਰਾਰ ਨਹੀਂ। ਤੋਲਿਆ ਮੈਂ ਇੱਕ ਇੱਕ ਸੂਰਮੇ ਨੂੰ, ਤੋਲਿਆ ਮੈਂ ਇੱਕ ਇੱਕ ਸੂਰਮੇ ਨੂੰ, ਏਦਾਂ ਮਰਨ ਨੂੰ ਕੋਈ ਤਿਆਰ ਨਹੀਂ, ਏਦਾਂ ਮਰਨ ਨੂੰ ਕੋਈ ਤਿਆਰ ਨਹੀਂ। ਸੱਚੀ ਪੁੱਛੋ ਤਾਂ ਆਪਣੇ ਆਪ ਦੇ ਵੀ, ਆਪ ਦੇ ਵੀ, ਆਪ ਦੇ ਵੀ, ਸੱਚੀ ਪੁੱਛੋ ਤਾਂ ਆਪਣੇ ਆਪ ਦੇ ਵੀ, ਮੈਨੂੰ ਗੁਰੂ ਜੀ ਇੰਨਾ ਇਤਬਾਰ ਨਹੀਂ, ਮੈਨੂੰ ਗੁਰੂ ਜੀ ਇੰਨਾ ਇਤਬਾਰ ਨਹੀਂ। ਹਾਸੇ ਭਾਣੇ ਜੋ ਜਾਨ ਤੇ ਖੇਡ ਜਾਵੇ, ਹਾਸੇ ਭਾਣੇ ਜੋ ਜਾਨ ਤੇ ਖੇਡ ਜਾਵੇ, ਹਰ ਕੋਈ ਜੰਮਿਆ ਵਿੱਚ ਸੰਸਾਰ ਨਹੀਂ, ਹਰ ਕੋਈ ਜੰਮਿਆ ਵਿੱਚ ਸੰਸਾਰ ਨਹੀਂ। ਉਹ ਤੁਸਾਂ ਦਾ ਹੀ ਕੋਈ ਸਿੱਖ ਸਦਕੀ, ਸਿੱਖ ਸਦਕੀ, ਸਿੱਖ ਸਦਕੀ, ਉਹ ਤੁਸਾਂ ਦਾ ਹੀ ਕੋਈ ਸਿੱਖ ਸਦਕੀ, ਜਿਹਨੂੰ ਜਾਨ ਦੇ ਨਾਲ ਪਿਆਰ ਨਹੀਂ, ਜਿਹਨੂੰ ਜਾਨ ਦੇ ਨਾਲ ਪਿਆਰ ਨਹੀਂ। ਸੀਤਲ ਤਲੀ ਜਿਸ ਧਰੇ ਆਸੀਸ ਹੋਵੇ, ਸੀਤਲ ਤਲੀ ਜਿਸ ਧਰੇ ਆਸੀਸ ਹੋਵੇ, ਕਦੇ ਮਰਨ ਤੋਂ ਕਰੇ ਇਨਕਾਰ ਨਹੀਂ, ਕਦੇ ਮਰਨ ਤੋਂ ਕਰੇ ਇਨਕਾਰ ਨਹੀਂ, ਕਦੇ ਮਰਨ ਤੋਂ ਕਰੇ ਇਨਕਾਰ ਨਹੀਂ। ਇੱਕ ਵਾਰ ਸਾਰੀ ਸੰਗਤ ਫਿਰ ਗੱਜ ਕੇ ਕਹਿ ਲਈਏ ਸਤਨਾਮ ਸ੍ਰੀ ਵਾਹਿਗੁਰੂ। ਸਮਾਂ ਸਮਾਪਤੀ ਵੱਲੇ ਵੱਧ ਰਿਹਾ ਹੈ। ਮੈਂ ਇੱਕ ਹੋਰ ਵਾਰ ਆਪ ਸੰਗਤ ਦੀ ਸੇਵਾ ਵਿੱਚ ਕਹਿ ਲਵਾਂ, ਮੇਰੇ ਕਲਗੀਧਰ ਪਾਤਸ਼ਾਹ ਮਹਾਰਾਜ ਕਹਿੰਦੇ ਡੱਲਿਆ ਕੋਈ ਆਇਆ ਨਹੀਂ, ਕਹਿੰਦਾ ਸੱਚੇ ਪਾਤਸ਼ਾਹ ਮੌਤ ਦਾ ਨਾਂ ਸੁਣ ਕੇ ਮੌਤ ਪੈ ਗਈ ਉਹਨਾਂ ਨੂੰ, ਕੋਈ ਵੀ ਆਉਣ ਲਈ ਤਿਆਰ ਨਹੀਂ ਹੋਇਆ। ਸੱਚ ਹੈ, ਗੱਲਾਂ ਬਾਤਾਂ ਦੇ ਨਾਲ ਸਿਆਣੇ ਬਣ ਕੇ ਚਾਤਰ ਬਣ ਕੇ ਟਾਈਮ ਲੰਘਾਉਣ ਵਾਲੇ ਉਹ ਇਸ ਸਮੇਂ ਤੇ ਕਦੇ ਪਾਸ ਨਹੀਂ ਜੇ ਹੁੰਦੇ। ਰਵਾਇਤੀ ਗੱਲਾਂ ਕਰ ਲੈਣੀਆਂ ਐਵੇਂ ਹਵਾ ਦੇ ਵਿੱਚ ਬੜੀਆਂ ਸੌਖੀਆਂ ਨੇ,
ਪਰ ਉਹਨਾਂ ਬੋਲਾਂ ਤੇ ਖਰੇ ਉਤਰਨਾ ਜਿਹੜਾ ਉਹ ਵਿਰਲਿਆਂ ਦੇ ਹਿੱਸੇ ਵਿੱਚ ਆਉਂਦਾ ਹੈ। ਪਿਆਰੇ ਗੁਰਸਿੱਖੋ, ਬਾਬਾ ਅਜੀਤ ਸਿੰਘ ਸਾਹਿਬ ਜੀ ਚਮਕੌਰ ਦੀ ਗੜੀ ਅੰਦਰ 17 ਸਿੰਘਾਂ ਤੋਂ ਬਾਅਦ ਆਪਣੇ ਆਪ ਗੁਰੂ ਪਿਤਾ ਦੇ ਸਾਹਮਣੇ ਆਣ ਕੇ ਮੈਦਾਨੇ ਜੰਗ ਵਿੱਚ ਜਾਣ ਦੀ ਆਗਿਆ ਮੰਗਦੇ ਨੇ। ਗੁਰਮੁਖੋ, ਗੁਰੂ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਜੀ ਦਾ ਛੋਟਾ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਤੋਂ ਬਾਅਦ 14 ਸਾਲ 8 ਮਹੀਨੇ ਤੇ 17 ਦਿਨ ਦੀ ਉਮਰ ਸੀ ਸਾਹਿਬਜ਼ਾਦਾ ਜੁਝਾਰ ਸਿੰਘ ਦੀ। ਸਤਿਗੁਰਾਂ ਦੇ ਸਾਹਮਣੇ ਆ ਗਿਆ। ਵੱਡੇ ਵੀਰ ਦੀ ਸ਼ਹੀਦੀ ਤੋਂ ਬਾਅਦ ਗੁਰਦੇਵ ਪਿਤਾ ਜੀ, ਮੇਰਾ ਵੱਡਾ ਵੀਰ ਵੀ ਸ਼ਹਾਦਤ ਦਾ ਜਾਮ ਪੀ ਗਿਆ, ਬਾਬਾ ਗੁਰੂ ਦੀ ਗੋਦ ਵਿੱਚ ਜਾ ਕੇ ਬਹਿ ਗਿਆ। ਸਫ਼ਰ ਵਿੱਚ ਵਕਵਾ ਨਾ ਪੈ ਜਾਏ, ਮੈਨੂੰ ਵੀ ਜਾਣ ਦੀ ਆਗਿਆ ਦਿਓ। ਗੁਰਮੁਖੋ, ਖਿਆਲ ਕਰਕੇ ਵੇਖੋ ਮੇਰੇ ਬਾਜਾਂ ਵਾਲੇ ਪਾਤਸ਼ਾਹ ਕਿੰਨੇ ਖੁਸ਼ ਹੋਏ। ਕਹਿਣ ਲੱਗੇ, ਜੁਝਾਰ ਸਿਆ, ਤੇਰੇ ਉੱਤੇ ਮੈਨੂੰ ਮਾਣ ਹੈ। ਅੱਜ ਆਪਣੇ ਆਪ ਆਣ ਕੇ ਹਾਜ਼ਰ ਹੋਇਆ ਨਾ, ਜਦੋਂ ਵੀ ਕਿਤੇ ਦੇਸ਼ ਜਾਂ ਕੌਮ ਨੂੰ ਲੋੜ ਪਵੇਗੀ ਧਰਮ ਵਾਸਤੇ, ਤੇ ਯਾਦ ਰੱਖ ਤੇਰੇ ਵਰਗੇ ਹਜ਼ਾਰਾਂ ਜੁਝਾਰੂ ਸੂਰਮੇ ਆਪ ਰਣ ਤੱਤੇ ਵਿੱਚ ਕੁੱਦ ਪਿਆ ਕਰਨਗੇ। ਔਰ ਸੱਚ ਹੈ, ਜਦੋਂ ਵੀ ਕਿਤੇ ਧਰਮ ਵਾਸਤੇ ਲੋੜ ਪੈਂਦੀ ਹੈ, ਉਸ ਵੇਲੇ ਜਵਾਨ ਅੱਜ ਵੀ ਛਾਲਾਂ ਮਾਰ ਕੇ ਮੈਦਾਨੇ ਜੰਗ ਵਿੱਚ ਆਪਣੇ ਸਿਰ ਤਲੀ ਤੇ ਰੱਖ ਕੇ ਲੜਨ ਵਾਸਤੇ ਤਿਆਰ ਨੇ। ਪਰ ਅਫਸੋਸ, ਕੋਈ ਉਹਨਾਂ ਦੀ ਯੋਗ ਅਗਵਾਈ ਕਰਨ ਵਾਲਾ ਹੋਵੇ ਸਹੀ। ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰਨ। ਧਿਆਨ ਦਿਓ ਜੀ, ਗੱਲਾਂ ਬਾਤਾਂ ਵਾਲਿਆਂ ਦਾ ਜਦੋਂ ਗੱਲ ਛਿੜਦੀ ਆ ਨਾ, ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਮਾਛੀਵਾੜੇ ਤੋਂ ਅੱਗੇ ਲੰਘੇ, ਰਸਤੇ ਵਿੱਚ ਕਨੇਚ ਪਿੰਡ ਆਇਆ, ਐਵੇਂ ਜਿਵੇਂ ਵਗਦੀ ਹਵਾ ਦੇ ਵਿੱਚ ਗੱਲ ਕਰ ਦੇਣੀ। ਫਤਾ ਨੰਬਰਦਾਰ ਕਹਿੰਦਾ, ਦਾਤਾ ਮੇਰੇ ਲਈ ਕੋਈ ਸੇਵਾ ਬਖਸ਼ ਦਿਓ। ਸੱਚੇ ਪਾਤਸ਼ਾਹ ਕਹਿਣ ਲੱਗੇ, ਫਤਿਆ, ਜੇ ਸੇਵਾ ਹੀ ਕਰਨੀ ਆ ਤਾਂ ਫਿਰ ਇੱਕ ਘੋੜੀ ਲਿਆ ਦੇ, ਨਵੀ ਖਾਂ ਤੇ ਗਨੀ ਖਾਂ ਨੂੰ ਛੁੱਟੀ ਦੇ ਦਈਏ, ਪਿੱਛੇ ਚਲੇ ਜਾਣਗੇ। ਗੱਲ ਤਾਂ ਸੁਣ ਲਈ, ਕਹਿ ਵੀ ਬੈਠਾ। ਜਦੋਂ ਘਰ ਨੂੰ ਤੁਰਿਆ ਨਾ, ਲੱਤਾਂ ਕੰਬਣ ਲੱਗ ਪਈਆਂ ਫਤਿਹ ਨੰਬਰਦਾਰ ਦੀਆਂ। ਵਾਪਸ ਆ ਗਿਆ ਮੁੜ ਕੇ ਖਾਲੀ। ਕਹਿੰਦਾ, ਸੱਚੇ ਪਾਤਸ਼ਾਹ ਘੋੜੀ ਤਾਂ ਹੈ ਨਹੀਂ। ਮੇਰੇ ਗਰੀਬ ਨਵਾਜ ਨਾਲੇ ਹੱਸ ਪਏ। ਕਹਿਣ ਲੱਗੇ, ਫਤਿਹ ਜੇ ਤੂੰ ਕਹਿੰਦਾ ਹੈ ਨਹੀਂ ਤੇ ਫਿਰ ਨਹੀਂ ਹੋਣੀ। ਗੁਰਸਿੱਖ ਪਿਆਰੇ, ਮੇਰੇ ਗੁਰੂ ਦਾ ਤਾਂ ਬੋਲ ਆਲਾ ਜਾਣ ਵਾਲਾ ਹੀ ਨਹੀਂ ਸੀ। ਸਿਰਫ ਮੈਂ ਕਹਿਣਾ ਇਹ ਚਾਹੁੰਦਾ ਹਾਂ, ਜਿਹੜੇ ਗੱਲਾਂ ਬਾਤਾਂ ਦੇ ਨਾਲ ਚਾਤਰ ਬਣਨਾ ਚਾਹੁੰਦੇ ਨੇ। ਆਲਮਗੀਰ ਤੋਂ ਅੱਗੇ ਹੀਰਾ ਪਿੰਡ, ਜਿਹਦਾ ਮੈਂ ਜ਼ਿਕਰ ਕੀਤਾ, ਮਹੰਤ ਕਿਰਪਾਲ ਦਾਸ, ਜਿਹੜਾ ਭੰਗਾਣੀ ਦੇ ਮੈਦਾਨ ਵਿੱਚ ਹਯਾਤ ਖਾਂ ਦਾ ਸਿਰ ਫੇਂਦਾ ਕੁੱਤਕੇ ਦੇ ਨਾਲ। ਇਤਿਹਾਸ ਕਹਿੰਦਾ ਉਹਦੇ ਥਾਂ ਤੇ ਉਸ ਦਾ ਜਾਨਸ਼ੀਨ ਅੱਗੇ ਸੀ। ਜਦੋਂ ਗੁਰਦੇਵ ਕਲਗੀਧਰ ਪਾਤਸ਼ਾਹ ਮਹਾਰਾਜ ਪਹੁੰਚੇ, ਪਿਆਰੇ ਦਇਆ ਸਿੰਘ ਜੀ, ਧਰਮ ਸਿੰਘ ਜੀ ਤੇ ਭਾਈ ਮਾਨ ਸਿੰਘ ਜੀ ਦਾ ਵਿਚਾਰ ਸੀ, ਮਹਾਰਾਜ ਹੁਣ ਤੇ ਆਪਣਾ ਨਾ, ਸਤਿਗੁਰੂ ਇੱਥੇ ਕੁਝ ਦਿਨ ਆਪਾਂ ਰੁਕਾਂਗੇ। ਪਰ ਗੁਰਸਿੱਖੋ, ਉਹ ਮਹੰਤ ਦਾ ਚੇਲਾ ਵੀ ਇੱਕ ਰਾਤ ਰੱਖਣ ਤੋਂ ਬਾਅਦ ਕੰਬ ਗਿਆ ਕਿ ਉਹਨੇ ਸੋਚਿਆ ਵੀ ਹੁਣ ਤਾਂ ਗੁਰੂ ਦੀ ਤਾਕਤ ਘਟ ਰਹੀ ਹੈ। ਅਸਲ ਵਿੱਚ ਜਿਹੜਾ ਸਮਝ ਨਹੀਂ ਨਾ ਸਕਦਾ, ਉਹ ਇਹੀ ਸਮਝਦਾ ਵੀ ਸਤਿਗੁਰਾਂ ਦੀ ਤਾਕਤ ਘਟ ਰਹੀ ਹੈ। ਯਾਦ ਰੱਖਿਓ, ਉਹ ਅਕਾਲ ਦਾ ਪੁੱਤਰ ਸੀ। ਮੈਂ ਹੋ ਪਰਮ ਪੁਰਖ ਕੋ ਦਾਸਾ, ਦੇਖਣ ਆਇਓ ਜਗਤ ਤਮਾਸ਼ਾ। ਮੈਂ ਆਪਣਾ ਸੁਤ ਤੋਹੇ ਨਿਵਾਜਾ, ਪੰਥ ਪਰਚੁਰ ਕਰਬੇ ਕੋ ਸਾਜਾ। ਕਿਤੇ ਉਹਨਾਂ ਦੀ ਤਾਕਤ ਘਟ ਸਕਦੀ ਸੀ। ਇਹ ਤਾਂ ਸਮਝਣ ਵਾਲਿਆਂ ਦੀ ਅਕਲ ਦੇ ਵਿੱਚ ਘਾਟ ਹੋ ਸਕਦੀ ਹੈ। ਇਸ ਕਿਰਪਾਲ ਦਾਸ ਦੇ ਜਾਨਸ਼ੀਨ ਉਸ ਥਾਂ ਤੇ ਹੀਰਾ ਵਿੱਚ ਰਹਿਣ ਵਾਲੇ ਨੇ ਵੀ ਅਗਲੇ ਦਿਨ ਹੀ ਭੇਟਾ ਲਿਆ ਕੇ ਰੱਖ ਦਿੱਤੀ, ਜਿਹਦਾ ਮਤਲਬ ਸੀ ਜ਼ੁਬਾਨ ਤੋਂ ਨਾ ਬੋਲਣਾ। ਤੇ ਇਸ਼ਾਰਾ ਇਹ ਸੀ, ਸੱਚੇ ਪਾਤਸ਼ਾਹ, ਇੱਥੇ ਇਲਾਕੇ ਵਿੱਚ ਰਹਿਣਾ ਖਤਰੇ ਤੋਂ ਖਾਲੀ ਨਹੀਂ, ਮਹਾਰਾਜ ਅੱਗੇ ਚਲੇ ਜਾਣਾ ਚਾਹੀਦਾ। ਮੇਰੇ ਗੁਰਦੇਵ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨਾ ਡੋਲੇ, ਬਲਕਿ ਡੋਲਣ ਵਾਲਿਆਂ ਨੂੰ ਵੀ ਧਰਵਾਸ ਮੇਰੇ ਬਾਜਾਂ ਵਾਲੇ ਪਾਤਸ਼ਾਹ ਮਹਾਰਾਜ ਨੇ ਦਿੱਤਾ। ਗੁਰਸਿੱਖੋ, ਕਿਤੇ ਚੌਧਰੀ ਲਖਮੀਰ ਤੇ ਸ਼ਮੀਰ ਦੀਨੇ ਪਿੰਡ ਦੇ ਰਹਿਣ ਵਾਲੇ ਭਾਈ ਜੋਧ ਰਾਏ ਦੇ ਪੋਤਰੇ, ਜਿੱਥੇ ਭਾਈ ਦੇਸੂ ਦੇ ਘਰ ਵਿੱਚ ਚੁਬਾਰੇ ਵਿੱਚ ਮੇਰੇ ਸਤਿਗੁਰਾਂ ਨੇ ਉਤਾਰਾ ਰੱਖਿਆ, ਵਜ਼ੀਰ ਖਾਨ ਨੇ ਸੁਨੇਹਾ ਘੱਲਿਆ ਸੀ ਨਾ ਵੀ ਲਖਮੀਰ ਤੇ ਸ਼ਮੀਰ ਤੇਰੇ ਪਿੰਡ ਵਿੱਚ, ਤੇਰੇ ਇਲਾਕੇ ਵਿੱਚ ਗੁਰੂ ਗੋਬਿੰਦ ਸਿੰਘ ਨੇ ਉਹਨਾਂ ਨੂੰ ਆਪ ਸਾਡੇ ਹੱਥੀਂ ਲਿਆ ਕੇ ਹਾਜ਼ਰ ਕਰਦੇ, ਫੜਾ ਦੇ। ਪਰ ਸਦਕੇ ਜਾਣਾ ਚੌਧਰੀ ਲਖਮੀਰ ਤੇ ਸ਼ਮੀਰ ਦੇ, ਉਹਨਾਂ ਨੇ ਮੋੜਵਾ ਉੱਤਰ ਦਿੱਤਾ ਵਜ਼ੀਰ ਖਾਨ ਨੂੰ, ਐ ਸੂਬਾ ਸਰਹਿੰਦ, ਓਏ ਆਪਣੇ ਹੱਥੀਂ ਪਕੜ ਕੇ ਬਾਜਾਂ ਵਾਲੇ ਸਤਿਗੁਰਾਂ ਨੂੰ ਤੇਰੇ ਹਵਾਲੇ ਕਰਨਾ, ਇਹ ਤੇ ਬੜੀ ਦੂਰ ਦੀ ਗੱਲ ਹੈ। ਯਾਦ ਰੱਖੀ ਕਿ ਤੇ ਗਲਤੀ ਨਾ ਕਰ ਲਈ। ਆਪਣੀਆਂ ਫੌਜਾਂ ਲੈ ਕੇ ਜੇ ਤੂੰ ਚੜ ਕੇ ਵੀ ਆ ਗਿਆ ਨਾ, ਯਾਦ ਰੱਖੀ ਆਪਣੀ ਜ਼ਿੰਦਗੀ ਤਾਂ ਅਸੀਂ ਦੇ ਸਕਦੇ ਹਾਂ, ਪ੍ਰਾਣ ਤਾਂ ਦੇ ਸਕਦੇ ਹਾਂ, ਪਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਨੂੰ ਨਹੀਂ। ਸਦਕੇ ਜਾਵਾਂ ਇਹੋ ਜਿਹੇ ਗੁਰਸਿੱਖਾਂ ਦੇ ਉੱਤੇ। ਆਓ ਖੈਰ, ਮੈਂ ਵਾਰ ਦੇ ਬੋਲ ਤੁਹਾਡੀ ਸੇਵਾ ਵਿੱਚ ਕਹਿਣ ਲੱਗਾ, ਆਪਣੇ ਸਾਥੀ ਵੀਰਾਂ ਦੇ ਕੋਲੋਂ ਕਹਾਉਣ ਲੱਗਾ। ਮੈਂ ਭਾਵੇਂ ਮਹਿਸੂਸ ਕਰਦਾ ਬੇਰਸੀ ਸ਼ਾਇਦ ਪਹੁੰਚ ਰਹੀ ਹੋਏਗੀ, ਕਿਉਂਕਿ ਲਗਾਤਾਰ ਨਿਰੰਤਰ ਰੋਜ਼ਾਨਾ ਦੇ ਕਈ ਪ੍ਰੋਗਰਾਮ ਹੋਣ ਦਾ ਕਾਰਨ ਗਲੇ ਜਿਹੜੇ ਨੇ ਨਾ, ਉਹ ਕਾਫੀ ਵੀਕਨੈਸ ਦੇ ਵਿੱਚ ਨੇ। ਐਉਂ ਕਹਿ ਲਈਏ ਵੀ ਜ਼ਿਆਦਾ ਬੈਠੇ ਹੋਏ ਨੇ।
ਪਰ ਫਿਰ ਵੀ ਮੈਂ ਆਸ ਕਰਦਾ ਤੁਸੀਂ ਸਾਡੀ ਰੁੱਖੀ ਮਿੱਸੀ ਸੇਵਾ ਨੂੰ ਪ੍ਰਵਾਨ ਕਰ ਲਿਓ ਜੇ। ਵਕਤ ਅਨੁਸਾਰ ਇਹ ਕਹਿ ਦੇਣਾ ਵੀ ਅਸੀਂ ਆ ਨਹੀਂ ਜੀ ਸਕਦੇ, ਗੁਰਮੁਖੋ ਉਹ ਵੀ ਗੱਲ ਕੋ ਬਹੁਤੀ ਚੰਗੀ ਨਹੀਂ ਸੀ। ਮੈਂ ਇਸ ਕਰਕੇ ਹੱਥ ਜੋੜ ਕੇ ਤੁਹਾਡੇ ਕੋਲੋਂ ਮੁਆਫੀ ਨਹੀਂ ਮੰਗਦਾ, ਪਰ ਗੁਰੂ ਕਿਰਪਾ ਕਰੇ ਤੇ ਗੁਰੂ ਕੀ ਸੰਗਤ ਦੀ ਅਸੀਸ ਹੋਵੇ ਨਾ, ਫਿਰ ਸਤਿਗੁਰੂ ਜਸ ਆਪੇ ਕਰਵਾ ਲੈਂਦੇ ਨੇ। ਆਓ ਧਿਆਨ ਦਿਓ ਜੇ ਆਪਾਂ ਗੱਲ ਡੱਲੇ ਚੌਧਰੀ ਦੀ ਕਰ ਰਹੇ ਸੀ। ਵਾਰ ਦੇ ਬੋਲ ਮੈਂ ਤੁਹਾਡੀ ਸੇਵਾ ਵਿੱਚ ਕਹਾਉਣ ਲੱਗਾ। ਮੇਰੇ ਬਾਜਾਂ ਵਾਲੇ ਗੁਰਦੇਵ ਪਾਤਸ਼ਾਹ ਦੇ ਸਾਹਮਣੇ ਖਲੋਤਾ ਡੱਲਾ, ਕਹਿੰਦਾ ਗਰੀਬ ਨਵਾਜ ਦਾਤਾ 500 ਚੋਂ ਇੱਕ ਵੀ ਨਹੀਂ ਮੰਨਿਆ ਆਉਣ ਦੇ। ਸਤਿਗੁਰੂ ਕਹਿਣ ਲੱਗੇ ਆਹ ਯੋਧੇ ਸੀ ਜਿਨ੍ਹਾਂ ਦੀ ਗੱਲ ਕਰਦਾ ਸੀ ਵੀ ਜੇ ਕਿਤੇ ਚਮਕੌਰ ਦੀ ਹਵੇਲੀ ਵਿੱਚ ਨਾਲ ਹੁੰਦੇ ਤੇ ਬਾਬਾ ਅਜੀਤ ਸਿੰਘ ਤੇ ਜੁਝਾਰ ਸਿੰਘ ਸ਼ਹੀਦ ਨਾ ਹੁੰਦੇ। ਜੇ ਕਿਤੇ 500 ਜਵਾਨ ਹੁੰਦਾ ਉਹ ਕਿਸੇ ਦੀ ਹਿੰਮਤ ਨਾ ਪੈਂਦੀ ਅੱਗੇ ਵੱਧ ਕੇ ਤੁਹਾਡੇ ਤੱਕ ਪਹੁੰਚ ਜਾਏ। ਡੱਲਿਆ ਇਹਨਾਂ ਜਵਾਨਾਂ ਨੇ ਉੱਥੇ ਵੀ ਇਹੋ ਕੁਝ ਕਰਨਾ ਸੀ ਜੋ ਕੁਝ ਇਹਨਾਂ ਹੁਣ ਕੀਤਾ ਹੈ। ਮੇਰੇ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਕੋਈ ਗੱਲ ਨਹੀਂ ਡੱਲਿਆ, ਚੱਲ ਜੇ ਉਹ 500 ਨਹੀਂ ਮੰਨੇ ਤੇ ਨਾ ਸਹੀ ਤੂੰ ਤਾਂ ਆ ਗਿਆ ਨਾ ਸਲਾਮਤ। ਕਹਿੰਦਾ ਜੀ ਮੈਂ ਤਾਂ ਆ ਹੀ ਗਿਆ। ਸੱਚੇ ਪਾਤਸ਼ਾਹ ਕਹਿਣ ਲੱਗੇ ਆਪਾਂ ਨੂੰ ਕੀ ਫਰਕ ਪੈਂਦਾ, ਆਪਾਂ ਤਾਂ ਬੰਦੂਕ ਹੀ ਪਰਖਣੀ ਆ ਨਾ। ਜੇ ਉਹ 500 ਨਹੀਂ ਆਇਆ ਤੇ ਤੂੰ ਹੀ ਸਾਹਮਣੇ ਖਲੋ ਜਾ, ਆਪਾਂ ਤੇ ਫੈਰ ਹੀ ਮਾਰਨਾ, ਤੇਰੀ ਛਾਤੀ ਚੋਂ ਕੱਢ ਦਿੰਨੇ ਆ। ਇਹਦਾ ਰੰਗ ਪੀਲਾ ਪੈ ਗਿਆ, ਲੱਤਾਂ ਕੰਬਣ ਲੱਗ ਪਈਆਂ, ਡੋਲੇ ਖਾਣ ਲੱਗ ਪਿਆ। ਮੇਰੇ ਪਾਤਸ਼ਾਹ ਨੇ ਵੇਖ ਲਿਆ ਕਿਤੇ ਡੇਗੀ ਨਾ ਪਏ। ਸਤਿਗੁਰੂ ਕਹਿਣ ਲੱਗੇ ਕਿਉਂ ਡੱਲਿਆ? ਕਹਿੰਦਾ ਦਾਤਾ ਸੱਚ ਦੱਸਾਂ। ਮੇਰੇ ਪਾਤਸ਼ਾਹ ਕਹਿਣ ਲੱਗੇ ਦੱਸ। ਕਹਿੰਦਾ ਦਾਤਾ ਮੇਰੇ ਵਿੱਚ ਵੀ ਹਿੰਮਤ ਨਹੀਂ ਵੀ ਮੈਂ ਸਾਹਮਣੇ ਖਲੋ ਜਾ ਛਾਤੀ ਤਾਣ ਕੇ। ਸਤਿਗੁਰੂ ਕਹਿਣ ਲੱਗੇ ਕੋਈ ਗੱਲ ਨਹੀਂ ਡੱਲਿਆ, ਇੱਥੇ ਧੱਕਾ ਨਹੀਂ ਕਿਸੇ ਦੇ ਨਾਲ ਗੁਰੂ ਨਾਨਕ ਦੇ ਘਰ ਵਿੱਚ। ਇੱਥੇ ਤੇ ਬਾਤ ਹੈ ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ। ਇੱਥੇ ਤਾਂ ਪ੍ਰੇਮ ਦਾ ਮਾਰਗ ਹੈ। ਸਾਚ ਕਹੋ ਸੁਣ ਲਿਓ ਸਭੈ, ਜਿਨ ਪ੍ਰੇਮ ਕੀਓ ਤਿਲ ਹੀ ਪ੍ਰਭ ਪਾਇਓ। ਜੇ ਤੇਰਾ ਨਹੀਂ ਜੀ ਕਰਦਾ ਤੇ ਕਿਸੇ ਸਿੱਖ ਨੂੰ ਸੱਦ ਲਈਏ, ਇਹਦੇ ਸਾਹ ਵਿੱਚ ਸਾਹ ਆਇਆ। ਕਹਿੰਦਾ ਹਾਂ ਸੱਚੇ ਪਾਤਸ਼ਾਹ ਕਿਸੇ ਸਿੱਖ ਨੂੰ ਸੱਦ ਲੈਣਾ ਚਾਹੀਦਾ, ਕਿਉਂਕਿ ਇਹਨੇ ਵੇਖਿਆ ਨਾ ਵੀ ਮੇਰੇ ਵੱਲੋਂ ਸੂਈ ਦੂਜੇ ਪਾਸੇ ਮੁੜ ਪਈ ਹੈ। ਮੇਰੇ ਗਰੀਬ ਨਵਾਜ ਪਾਤਸ਼ਾਹ ਕਹਿਣ ਲੱਗੇ ਕੋਈ ਗੱਲ ਨਹੀਂ ਡੱਲਿਆ, ਡੋਲ ਨਾ ਘਬਰਾ ਨਾ, ਹੌਸਲੇ ਵਿੱਚ ਰਹੀਂ, ਅਸੀਂ ਕਿਸੇ ਸਿੰਘ ਨੂੰ ਆਵਾਜ਼ ਮਾਰ ਲੈਨੇ ਆ। ਨੇੜੇ ਇੱਕ ਸੇਵਾਦਾਰ ਬੈਠਾ ਸੀ। ਮੇਰੇ ਗੁਰਦੇਵ ਨੇ ਇਸ਼ਾਰਾ ਕੀਤਾ, ਕਹਿਣ ਲੱਗੇ ਜਾਓ ਕਿਸੇ ਵੀ ਗੁਰਸਿੱਖ ਨੂੰ ਆਵਾਜ਼ ਮਾਰਿਓ ਤੇ ਨਾਲ ਗੱਲ ਦੱਸ ਵੀ ਦਿਓ ਜੇ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਹੱਥ ਵਿੱਚ ਬੰਦੂਕ ਫੜੀ ਹੈ, ਇੱਕ ਸਿੱਖ ਦੀ ਲੋੜ ਹੈ, ਛੇਤੀ ਆਵੇ ਤੇ ਸਾਹਮਣੇ ਛਾਤੀ ਢਾ ਕੇ ਖਲੋਣਾ, ਬੰਦੂਕ ਦਾ ਨਿਸ਼ਾਨਾ ਪਰਖਣਾ, ਬੰਦੂਕ ਦੀ ਪਰਖ ਕਰਨੀ ਹੈ। ਜਾਣ ਵਾਲੇ ਸਿੱਖ ਨੇ ਆਵਾਜ਼ਾਂ ਦਿੱਤਾ, ਸਿੰਘੋ ਇੱਕ ਸਿੰਘ ਦੀ ਲੋੜ ਹੈ, ਮਹਾਰਾਜ ਨੇ ਬੰਦੂਕ ਹੱਥ ਵਿੱਚ ਫੜੀ ਹੈ, ਪਰਖ ਕੇ ਵੇਖਣੀ ਹੈ, ਇੱਕ ਸਿੰਘ ਦੀ ਲੋੜ ਹੈ। ਗੁਰਸਿੱਖੋ ਸੁਣ ਵੀ ਲਿਆ, ਆਪਣੇ ਕੰਨਾਂ ਵਿੱਚ ਆਵਾਜ਼ ਵੀ ਪੈ ਗਈ ਵੀ ਸਤਿਗੁਰਾਂ ਨੇ ਨਿਸ਼ਾਨਾ ਪਰਖਣਾ, ਬੰਦੂਕ ਦਾ ਨਿਸ਼ਾਨਾ ਲਾਉਣਾ ਹੈ। ਇੱਕ ਸਿੰਘ ਨੂੰ ਆਵਾਜ਼ਾਂ ਦਿੱਤਾ ਤੇ ਦੋ ਦੌੜ ਪਏ। ਆਵਾਜ਼ ਇੱਕ ਨੂੰ ਮਾਰੀ ਪਰ ਦੋ ਦੌੜ ਪਏ, ਭਾਈ ਵੀਰ ਸਿੰਘ ਤੇ ਭਾਈ ਧੀਰ ਸਿੰਘ। ਗੁਰਸਿੱਖ ਪਿਆਰਿਓ ਬਾਜਾਂ ਵਾਲੇ ਪਾਤਸ਼ਾਹ ਮਹਾਰਾਜ ਵੱਲੇ ਭੱਜੇ ਆਉਂਦੇ ਨੇ, ਸਾਹਮਣੇ ਆ ਗਏ। ਸਤਿਗੁਰੂ ਕਹਿਣ ਲੱਗੇ ਸਾਹਮਣੇ ਖਲੋ ਜਾਓ ਭਾਈ। ਡੱਲਾ ਵੇਖ ਰਿਹਾ ਸੀ, ਬੜਾ ਹੈਰਾਨ ਹੈ। ਇੱਕ ਤਾਂ ਭਾਈ ਵੀਰ ਸਿੰਘ ਹੈ, ਇੱਕ ਭਾਈ ਧੀਰ ਸਿੰਘ ਹੈ। ਇੱਕ ਕਹਿੰਦਾ ਦਾਤਾ ਆਵਾਜ਼ ਪਹਿਲਾਂ ਮੈਂ ਸੁਣੀ ਹੈ, ਮੇਰਾ ਹੱਕ ਬਣਦਾ ਹੈ। ਦੂਜਾ ਕਹਿੰਦਾ ਦਾਤਾ ਮੈਂ ਦਸਤਾਰ ਸਜਾ ਰਿਹਾ ਸੀ, ਆ ਵੇਖ ਲਓ ਲਾੜਾ ਜੇ ਹੱਥ 'ਚ ਹੀ ਹੈ। ਮੇਰੇ ਪਾਤਸ਼ਾਹ ਮੈਂ ਇੰਨੀ ਕਾਹਲੀ ਨਾਲ ਭੱਜਿਆ, ਆਵਾਜ਼ ਪਹਿਲਾਂ ਮੈਂ ਸੁਣੀ ਹੈ। ਇੱਕ ਕਹਿੰਦਾ ਮੈਂ ਸੁਣੀ, ਦੂਜਾ ਕਹਿੰਦਾ ਮੈਂ ਸੁਣੀ। ਮੇਰੇ ਬਾਜਾਂ ਵਾਲੇ ਪਾਤਸ਼ਾਹ ਕਹਿਣ ਲੱਗੇ ਉਹ ਕਾਹਨੂੰ ਇਸ ਗੱਲ ਦੇ ਰੌਲੇ ਵਿੱਚ ਪੈਂਦੇ ਹੋ? ਆਵਾਜ਼ ਜਦੋਂ ਇੱਕ ਨੂੰ ਆਵਾਜ਼ ਮਾਰੀ ਜਾਏ ਨਾ, ਸੁਣ ਸਾਰਿਆਂ ਨੂੰ ਇੱਕੇ ਟਾਈਮ ਪੈਂਦੀ ਹੈ। ਹੁਣ ਇੱਥੇ ਆਵਾਜ਼ ਦਿੱਤੀ ਜਾਏ ਇੱਕਦਮ ਸਾਰਿਆਂ ਨੂੰ ਸੁਣ ਪੈਂਦੀ ਹੈ, ਕਿਸੇ ਕੱਲੇ ਕੱਲੇ ਨੂੰ ਨਹੀਂ। ਮੇਰੇ ਸਤਿਗੁਰੂ ਕਹਿਣ ਲੱਗੇ ਕੋਈ ਗੱਲ ਨਹੀਂ, ਸਾਹਮਣੇ ਖਲੋ ਜਾਓ, ਦੋਵੇਂ ਹੀ ਖਲੋ ਜਾਓ। ਡੱਲਾ ਕਦੇ ਨੀਵੀਂ ਪਾਉਂਦਾ, ਕਦੇ ਉਹਨਾਂ ਦੋਵਾਂ ਗੁਰਸਿੱਖਾਂ ਵੱਲੇ ਵੇਖਦਾ, ਸੋਚਦਾ ਮਨ ਅੰਦਰ ਵੇਖੋ ਕਿੱਡੇ ਭੋਲੇ ਨੇ, ਬੰਦੂਕ ਦੇ ਸਾਹਮਣੇ ਉਹ ਖਲੋਂਦੇ ਨੇ। ਭਲਾ ਇੱਕ ਜਣਾ ਆ ਜਾਓ, ਤੁਸੀਂ ਦੋਵੇਂ ਖਲੋ ਗਏ ਹੋ। ਮਹਾਰਾਜ ਦੇ ਕੋਲੋਂ ਹੱਥੋਂ ਚੱਲੀ ਹੋਈ ਬੰਦੂਕ ਨੇ ਕਿਹੜਾ ਕੋਈ ਸ਼ੱਕ ਛੱਡਣਾ, ਉਹਨੇ ਇੱਕ ਚੋਂ ਵੀ ਲੰਘ ਜਾਣਾ ਨੇ, ਦੋਵੇਂ ਚੋਂ ਵੀ ਲੰਘ ਜਾਣਾ। ਇਹ ਡੱਲਾ ਸੋਚਾਂ ਦੇ ਸਾਗਰ ਵਿੱਚ ਪਿਆ ਹੋਇਆ ਗੋਤੇ ਖਾ ਰਿਹਾ ਸੀ। ਮੇਰੇ ਗੁਰਦੇਵ ਕਹਿਣ ਲੱਗੇ ਸਾਵਧਾਨ। ਭਾਈ ਵੀਰ ਸਿੰਘ ਤੇ ਧੀਰ ਸਿੰਘ ਇੱਕ ਅੱਗੇ ਖਲੋਤਾ, ਦੂਜਾ ਮਗਰ ਅੱਡੀਆਂ ਚੁੱਕ ਕੇ ਖਲੋਂਦਾ, ਕਿਤੇ ਬਾਹਰ ਉਤੋਂ ਦੀ ਨਾ ਲੰਘ ਜਾਏ, ਮੈਂ ਖਾਲੀ ਨਾ ਰਹਿ ਜਾਵਾਂ। ਗੁਰਸਿੱਖੋ ਨਾ ਤਾਂ ਇੱਥੇ ਇਲੈਕਸ਼ਨ ਹੋਣ ਲੱਗਾ ਸੀ, ਨਾ ਤੇ ਇੱਥੇ ਸਰਪੰਚੀ ਮਿਲਣੀ ਸੀ ਜਿਵੇਂ ਅੱਜ ਪੰਜਾਬ ਦੇ ਵਿੱਚ ਮਿਲੀ ਹੈ। ਕੀ ਕੁਝ ਹਾਲਾਤ ਨੇ ਲੋਕਾਂ ਦੇ। ਵਾਹਿਗੁਰੂ ਕਿਰਪਾ ਕਰੇ ਸੱਚੇ ਪਾਤਸ਼ਾਹ। ਇਹ ਕੁਰਸੀ ਦਾ ਜਿਹੜਾ ਨਸ਼ਾ ਨਾ ਬੜਾ ਭੈੜਾ ਹੈ। ਇੱਕ ਭਗਵਾਨ ਦੇ ਬੋਲ ਸਾਹਮਣੇ ਆ ਗਏ ਨੇ, ਬੜੇ ਪੁਰਾਤਨ ਨੇ, ਤੁਸੀਂ ਬੜੀ ਵਾਰ ਸੁਣੇ ਹੋਣਗੇ। ਕੁਰਸੀ ਮੇਜ਼ ਦਾ ਭਾਵੇਂ ਸੰਬੰਧ ਗੂੜਾ, ਪੂਜੀ ਮੇਜ਼ ਨਾਲੋਂ ਬਹੁਤੀ ਜਾਏ ਕੁਰਸੀ। ਕੁਰਸੀ ਮੇਜ਼ ਨਾਲੋਂ ਭਾਵੇਂ ਹੋਵੇ ਛੋਟੀ, ਤੌਰ ਮੇਜ਼ ਤੋਂ ਬਹੁਤਾ ਰਖਵਾਏ ਕੁਰਸੀ। ਉਹ ਬੰਦਾ ਬੰਦੇ ਨੂੰ ਬੰਦਾ ਹੀ ਨਹੀਂ ਨਜ਼ਰ ਆਉਂਦਾ।
इथों ती के नशा चढ़ाए कुर्सी, खुसे कुर्सी जद किसे नवाब कोलों फिर करदा हाए 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 कुर्सी। आ हाए कुर्सी का रौला ही सी जो कुछ वापरे है। खैर मैं वार दे बोल कहा, मेरे कलगीए वाले पातशाह कहते सावधान। लौरी भाई वीर सिंह ते भाई धीर सिंह दोवें सामने खलो गए। मेरे सतगुरु सच्चे पातशाह ने हथ विच बंदूक फड़ी, सिस्त लाउण लगे। प्यारे गुरसिखो, मेरे सतगुरु सज्जे करदे ते दोवें उस पासे हो जांदे, जरा क खब्बे नूं वार नूं करदे ने ते खब्बे हो जांदे। जदों उहदा नूं करदे दोवें जवान अड्डियां चुक के खलो जांदे। मेरे गुरदेव पातशाह महाराज जी ने सावधान आके अपना सज्जा हथ लैके गए ने इस दे घोड़े टाइगर तक। सज्जे हथ दे अंगूठे दे नाल दी उंगल नूं कर लिया टाइगर दे उत्ते। प्यारे गुरसिखो, बाजा वाले पातशाह महाराज भाई वीर सिंह ते धीर सिंह नूं सावधान होके इन्हां ते गोली दा निशाना है।
ਵੱਡਿਆ। ਬਾਜੀ ਜ਼ਿੰਦਗੀ ਦੀ ਦੇਣ ਦੋ ਲਗਾ ਯਾਦ ਰਹਿੰਦੀਆਂ ਹੋ ਮਰਦਾ ਤੇਰੀਆਂ ਜੱਗ ਵਿੱਚ ਰਹਿੰਦੀਆਂ ਹੋ ਜੋਧਿਆ ਤੇਰੀਆਂ ਹਾਂ ਦੀ ਹਾਂ ਵਰਤੀਆਂ ਜਾ। ਬਣਦੇ ਕਦੇ ਇਤਿਹਾਸ ਨਹੀਂ ਇਸ ਗੱਲੇ ਅਸੀਂ ਰਾਜਿਆਂ ਦੇ ਕਿੰਨੇ ਪੂਰ ਜੰਮੇ। ਆਉਣ ਵਾਲੀਆਂ ਨਸਲਾਂ ਨੇ ਪੁੱਛਣਾ ਏ ਕਿਹੜੀ ਕੌਮ ਨੇ ਬਹੁਤੇ ਮਨਸੂਰ ਜੰਮੇ। ਕੌਮਾਂ ਜੱਗ ਤੇ ਉਹ ਜਿਉਂਦੀਆਂ ਨੇ ਜਿਹੜੀਆਂ ਕੌਮਾਂ ਨੂੰ ਮਰਨ ਦਾ ਝੱਲ ਪੈ ਜਾਏ ਮੁੱਲ ਪਵੇਗਾ ਕਦੇ ਕੁਰਬਾਨੀਆਂ ਦਾ, ਭਾਵੇਂ ਅੱਜ ਪੈ ਜਾਏ ਭਾਵੇਂ ਕੱਲ ਪੈ ਜਾਏ। ਸਤਿਗੁਰਾਂ ਨੇ ਟਰੈਗਰ ਦਬਾਇਆ, ਘੋੜਾ ਦਬਾਇਆ ਬੰਦੂਕ ਦਾ, ਦੋਵੇਂ ਸਿੰਘ ਖਲੋਤੇ ਸਨ, ਡੱਲਾ ਅੱਖਾਂ ਬੰਦ ਕਰਕੇ ਖਲੋਤਾ ਹੈ। ਹੁਣ ਵੀ ਗਏ ਤੇ ਹੁਣ ਵੀ ਗਏ। ਮੇਰੇ ਸਤਿਗੁਰਾਂ ਨੇ ਜਦੋਂ ਘੋੜਾ ਦਬਿਆ ਗਰੀਬ ਨਵਾਜ ਪਾਤਸ਼ਾਹ ਨੇ ਇਹਨਾਂ ਦੇ ਦੋਵਾਂ ਦੇ ਸਿਰ ਦੇ ਉੱਤੋਂ ਦੀ ਨਿਸ਼ਾਨਾ ਕੱਢ ਦਿੱਤਾ, ਫੈਰ ਕੱਢ ਦਿੱਤਾ। ਇੱਕਦਮ ਡੱਲਾ ਕੰਬਿਆ, ਅੱਖਾਂ ਖੁੱਲੀਆਂ ਵੀ ਦੋਵੇਂ ਡਿੱਗ ਪਏ ਹੋਣਗੇ। ਜਦੋਂ ਅੱਖਾਂ ਖੋਲ ਕੇ ਸਾਹਮਣੇ ਵੇਖਿਆ ਤੇ ਭਾਈ ਵੀਰ ਸਿੰਘ ਤੇ ਧੀਰ ਸਿੰਘ ਸਤਿਗੁਰਾਂ ਦੇ ਸਾਹਮਣੇ ਹੱਥ ਜੋੜ ਕੇ ਝੁਕੇ ਹੋਏ ਸਨ। ਨੀਵੀਂ ਜੀ ਪਾਈ ਨੇੜੇ ਹੋ ਗਿਆ, ਕਹਿੰਦਾ ਸੱਚੇ ਪਾਤਸ਼ਾਹ ਜੇ ਉਤੋਂ ਦੀ ਕੱਢ ਦੇਣਾ ਸੀ ਪਤਾ ਹੁੰਦਾ ਤੇ ਫਿਰ ਮੈਂ ਹੀ ਨਾ ਸਾਹਮਣੇ ਖਲੋ ਜਾਂਦਾ। ਸੱਚੇ ਪਾਤਸ਼ਾਹ ਕਹਿਣ ਲੱਗੇ ਡੱਲਿਆ ਗੱਲ ਐ ਉਹ ਨਹੀਂ, ਯਾਦ ਰੱਖੋ ਤੇਰੇ 500 ਨੇ ਕੰਮ ਨਹੀਂ ਸੀ ਆਉਣਾ। ਇਹੋ ਜਿਹੇ ਸੂਰਮੇ ਸਨ ਜਿਹੜੇ ਚਮਕੌਰ ਸਾਹਿਬ ਦੀ ਹਵੇਲੀ ਵਿੱਚ, ਇਹੋ ਜਿਹੇ ਜਵਾਨ ਸਨ ਜਿਹੜੇ ਸਰਸਾ ਦੇ ਕੰਢੇ ਤੇ ਛਾਤੀਆਂ ਡਾਹ ਕੇ ਭਾਈ ਉਦੈ ਸਿੰਘ ਜੀ ਵਰਗੇ ਦੁਸ਼ਮਣ ਦਾ ਮੁਕਾਬਲਾ ਕਰਦੇ, ਸੀਨੇ ਵਿੱਚ ਫੱਟ ਖਾ ਕੇ ਸ਼ਹਾਦਤਾਂ ਤੇ ਜਾਮ ਪੀ ਕੇ ਧਰਤੀ ਦੇ ਉੱਤੇ ਸਦਾ ਜਿਉਣ ਜੋਗੇ ਰਹਿ ਗਏ। ਡੱਲਿਆ ਇਹੋ ਜਿਹੇ ਬਹਾਦਰਾਂ ਦੀ ਗਾਥਾ ਸੰਸਾਰ ਵਿੱਚ ਸਦਾ ਸਟੇਜਾਂ ਦੇ ਉੱਤੇ ਗਾਈ ਜਾਂਦੀ ਹੈ, ਯੋਧਿਆਂ ਦੀਆਂ ਵਾਰਾਂ ਗਾਈਆਂ ਜਾਂਦੀਆਂ ਨੇ। ਪਿਆਰੇ ਗੁਰਸਿੱਖੋ, ਮੇਰੇ ਸਤਿਗੁਰਾਂ ਨੇ ਐਸਾ ਜਿਹੜਾ ਇਸ ਡੱਲੇ ਦੇ ਦਿਮਾਗ ਵਿੱਚ ਹਉਮੈ ਦਾ ਕਿਣਕਾ ਫਸ ਗਿਆ ਸੀ ਨਾ, ਸਤਿਗੁਰਾਂ ਨੇ ਦੂਰ ਕਰ ਦਿੱਤਾ। ਗਰੀਬ ਨਵਾਜ ਪਾਤਸ਼ਾਹ ਦੇ ਚਰਨਾਂ ਤੇ ਢਹਿ ਪਿਆ, ਕਹਿਣ ਲੱਗਾ ਦਾਤਾ ਹੁਣ ਮੇਰੇ ਤੇ ਵੀ ਕਿਰਪਾ ਕਰ ਦਿਓ, ਖੰਡੇ ਬਾਟੇ ਦੀ ਪਹੁਲ ਬਖਸ਼ ਦਿਓ। ਸਾਰੇ ਪਰਿਵਾਰ ਸਮੇਤ ਬਾਪੂ ਸੀਤਲ ਜੀ ਲਿਖਦੇ ਨੇ 101 ਪ੍ਰਾਣੀ ਨੇ ਉੱਥੇ ਸਤਿਗੁਰਾਂ ਦੇ ਕੋਲੋਂ ਆਪ ਖੰਡੇ ਬਾਟੇ ਦਾ ਅੰਮ੍ਰਿਤ ਛਕਿਆ, ਗੁਰੂ ਵਾਲੇ ਬਣੇ। ਗੁਰਸਿੱਖੋ, ਇਹ ਉਹਨਾਂ ਸ਼ਹੀਦਾਂ ਦੀ ਗਾਥਾ ਹੈ, ਇਹ ਉਹਨਾਂ ਮਰ ਜੀਵੜਿਆਂ ਦੀ ਦਾਸਤਾਨ ਹੈ ਜਿਨ੍ਹਾਂ ਨੇ ਆਪਣਾ ਆਪ ਗੁਰੂ ਤੋਂ ਨਿਸ਼ਾਵਰ ਕੀਤਾ ਹੈ। ਆਵੇ ਵਾਸ਼ਨਾ ਧਰਤੀ ਦੀ ਹਿੱਕ ਵਿੱਚੋਂ ਜਿੱਥੇ ਖੂਨ ਸ਼ਹੀਦਾਂ ਦਾ ਡੁੱਲ ਜਾਂਦਾ, ਸੀਨਾ ਤਾਣ ਚਟਾਨ ਦੇ ਵਾਂਗ ਕਰਦੇ, ਝੱਖੜ ਜਦੋਂ ਹੈ ਜ਼ੁਲਮ ਦਾ ਝੁੱਲ ਜਾਂਦਾ। ਕੀ ਕਹਿਣਾ ਤੇ ਕੀ ਦੱਸ ਨਹੀਂ ਕਹਿਣਾ, ਕਾਲ ਆਣ ਸ਼ਹੀਦਾਂ ਕੋਲ ਭੁੱਲ ਜਾਂਦਾ। ਸ਼ਹੀਦ ਰੋਸ਼ਨ ਮਨਾਰਾ ਨੇ ਜਾਗੀ ਉੱਤੇ ਦੀਵਾ ਹੋ ਗਦਾਰਾਂ ਦਾ ਡੋਲ ਜਾਂਦਾ। ਅੱਜ ਉਹਨਾਂ ਸ਼ਹੀਦਾਂ ਨੂੰ ਪ੍ਰਣਾਮ ਕਰਦੇ ਹੋਏ ਆਪ ਸਰਬੱਤ ਮਾਈ ਭਾਈ ਸਿੱਖ ਸੰਗਤ ਗੁਰੂ ਚਰਨਾਂ ਵਿੱਚ ਜੁੜੇ ਹੋ। ਵਾਹਿਗੁਰੂ ਸਾਰਿਆਂ ਦੀ ਹਾਜ਼ਰੀ ਦਰ ਤੇ ਪ੍ਰਵਾਨ ਕਰਨ, ਉਹਨਾਂ ਦੇ ਪਾਏ ਹੋਏ ਪੂਰਨਿਆਂ ਤੇ ਚੱਲ ਸਕੀਏ, ਨਿਮਰਤਾ ਨਾਲ ਗੁਰੂ ਚਰਨਾਂ ਵਿੱਚ ਝੁਕੀਏ, ਆਪ ਬਾਣੀ ਪੜ੍ਹੀਏ, ਗੁਰਮਤਿ ਦੇ ਧਾਰਨੀ ਹੋਈਏ, ਬੱਚਿਆਂ ਨੂੰ ਜੋੜੀਏ, ਇਹ ਵੱਡੀ ਕਮਾਈ ਹੋਵੇਗੀ। ਸਤਿਗੁਰੂ ਕਿਰਪਾ ਕਰੇ, ਨਿਤਨੇਮ ਦੀ ਦਾਤ, ਅੰਮ੍ਰਿਤ ਵੇਲੇ ਦੀ ਦਾਤ ਝੋਲੀ ਵਿੱਚ ਪੈ ਜਾਏ। ਗੁਰੂ ਚਰਨਾਂ 'ਚ ਅਰਦਾਸ ਹੈ ਜੀ। ਗੁਰਸਿੱਖੋ, ਇੰਨੀ ਕੁ ਹਾਜ਼ਰੀ ਪ੍ਰਵਾਨ ਕਰਨੀ, ਹੋਈਆਂ ਭੁੱਲਾਂ ਦੀ ਖਿਮਾ ਬਖਸ਼ਿਸ਼ ਕਰਨੀ। ਸਤਿਗੁਰੂ ਜੀ ਦਾ ਕੋਟਾਨ ਕੋਟ ਸ਼ੁਕਰ ਹੈ, ਵਿਚਾਰ ਸਾਂਝੇ ਕਰਦਿਆਂ ਇੱਕ ਜਾਂ ਦੋ ਨਹੀਂ, ਬਹੁਤੀਆਂ ਭੁੱਲਾਂ ਹੋਈਆਂ ਹੋਣਗੀਆਂ ਸਾਡੀਆਂ, ਜਾਣ ਕੇ ਖਿਮਾ ਕਰ ਦਿਓ ਜੇ। ਜਿਹੜੇ ਚੰਗੇ ਬੋਲ ਨੇ ਉਹ ਨਾ ਗੁਰੂ ਕੇ ਪਿਆਰਿਆਂ ਦੇ ਨੇ, ਉਹ ਆਪਣੇ ਹਿਰਦੇ ਵਿੱਚ ਵਸਾ ਲਿਓ। ਸੰਗਤ ਦਾ ਧੰਨਵਾਦ ਕਰਦਾ ਹੈ, ਗੁਰੂ ਘਰ ਦੇ ਸਾਰੇ ਪ੍ਰਬੰਧਕ ਜਨਾਂ ਦਾ, ਰਾਗੀ ਸਿੰਘਾਂ ਦਾ ਧੰਨਵਾਦ। ਸਤਿਕਾਰਯੋਗ ਵੀਰ ਸਿਮਰਨ ਸਿੰਘ ਜੀ ਤੇ ਨਾਲ ਦੇ ਸਾਰੇ ਗੁਰਮੁਖ ਪਿਆਰੇ ਜਿਹੜੇ ਸੇਵਾ ਨਿਭਾਉਂਦੇ ਹੋ, ਬੜੇ ਪਿਆਰ ਨਾਲ ਤੁਸੀਂ ਸੁਨੇਹਾ ਦੇ ਕੇ ਸੰਗਤਾਂ ਦੇ ਦਰਸ਼ਨ ਕਰਵਾਏ ਨੇ, ਤੁਹਾਡਾ ਧੰਨਵਾਦ। ਫਿਰ ਵੀਰ ਰਸਾਲ ਸਿੰਘ ਜੀ, ਜਤਿੰਦਰ ਸਿੰਘ ਜੀ, ਜਿਨ੍ਹਾਂ ਦੇ ਰਾਹੀਂ ਹਾਜ਼ਰੀ ਭਰਨ ਦਾ ਸੁਭਾਗ ਮਿਲਿਆ। ਛੋਟਾ ਵੀਰ ਸੁਖਪ੍ਰੀਤ ਸਿੰਘ ਤੁਹਾਡੇ ਕੋਲ ਅਕਸਰ ਮੈਂ ਸਮਝਦਾ ਉਹ ਆ ਕੇ ਗਏ ਨੇ। ਇੱਥੋਂ ਦੀ ਗੱਲ ਉਹ ਕਰਦੇ ਸਨ ਜਦੋਂ ਉਹਨਾਂ ਦੇ ਜਾਣ ਦਾ ਵਕਤ ਸੀ, ਅਸੀਂ ਇੱਥੇ ਉਦੋਂ ਪਹੁੰਚੇ ਸਾਂ। ਪਰ ਅੱਜ ਜਾਂਦਿਆਂ ਜਾਂਦਿਆਂ ਤੁਹਾਡੇ ਦਰਸ਼ਨ ਹੋ ਗਏ ਨੇ, ਕਿਉਂਕਿ ਇਹ ਨੈਕਸਟ ਵੀਕ ਅਸੀਂ ਲੈਸਟਰ ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ ਵਿਖੇ ਹਾਜ਼ਰੀ ਭਰ ਕੇ ਵਾਪਸ ਚਲੇ ਜਾਣਾ ਹੈ। ਤਾਂ ਮੈਂ ਸਮਝਦਾ ਹਾਂ ਵਾਹਿਗੁਰੂ ਨੇ ਕਿਰਪਾ ਕੀਤੀ ਹੈ, ਸੰਗਤਾਂ ਦੇ ਦਰਸ਼ਨ ਦਿਦਾਰੇ ਇਸ ਪਾਵਨ ਦਰਬਾਰ ਗੁਰਦੁਆਰਾ ਦਸ਼ਮੇਸ਼ ਦਰਬਾਰ ਵਿੱਚ ਵੀ ਹੋਏ ਨੇ। ਇਸ ਤੋਂ ਅਗਲਾ ਪ੍ਰੋਗਰਾਮ ਜੋ ਹੈ ਤੁਸੀਂ ਸਕੱਤਰ ਸਾਹਿਬ ਦੇ ਕੋਲੋਂ, ਵੀਰ ਜੀ ਕੋਲੋਂ ਸੁਣ ਲੈਣਾ ਹੈ। ਪਰ ਆਪਣੇ ਵੱਲੋਂ ਵੀ ਬੇਨਤੀ ਕਰਨੀ ਚਾਹਾਂਗਾ,
ਕੱਲ ਨੂੰ ਕਹਿੰਦੇ ਨੇ ਛੁੱਟੀ ਹੈ, ਕਿਉਂ ਆਉਣ ਵਾਲੇ ਦਿਨਾਂ ਦੀ ਬਾਬਤ ਤੁਸੀਂ ਜਾਣਦੇ ਹੋ ਸਾਰਾ ਕੁਝ। ਤੋਂ ਬੇਨਤੀ ਹੈ, ਪਾਵਨ ਦਰਬਾਰ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਦਰਬਾਰ ਵਿੱਚੋਂ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਅੰਮ੍ਰਿਤਸਰ ਸਾਹਿਬ ਤੋਂ ਰਾਗੀ ਜਥਾ ਭਾਈ ਗੁਰਕੀਰਤ ਸਿੰਘ ਜੀ ਬੜੇ ਪਿਆਰ ਵਾਲੇ ਨੇ। ਸਾਊਥ ਹਾਲ ਵਿਖੇ ਵੀ ਅੱਗੇ ਪਿੱਛੇ ਇਸੇ ਤਰ੍ਹਾਂ ਸਮਾਂ ਮਿਲਦਾ ਰਿਹਾ ਹਾਜ਼ਰੀ ਭਰਨ ਦਾ। ਤੋਂ ਆਪਾਂ ਉਹਨਾਂ ਦੀ ਮੁਬਾਰਕ ਰਸਨਾ ਤੋਂ ਗੁਰੂ ਕੀ ਬਾਣੀ ਕੀਰਤਨ ਦੇ ਰਾਹੀਂ ਸਰਵਣ ਕਰਨੀ ਹੈ। ਗਾਹੇ ਵਗਾਹੇ ਪੰਜਾਬ ਵਿੱਚ ਵੀ ਕਿਤੇ ਨਾ ਕਿਤੇ ਇਕੱਠੇ ਹੋਣ ਦਾ ਸਮਾਂ ਮਿਲਦਾ ਰਹਿੰਦਾ, ਬੜੀ ਮੁਹੱਬਤ ਬਖਸ਼ਦੇ ਨੇ। ਵਾਹਿਗੁਰੂ ਕਿਰਪਾ ਕਰੇ। ਮੈਂ ਉਹਨਾਂ ਦਾ ਦਿਲੋਂ ਸਤਿਕਾਰ ਕਰਦਾ ਔਰ ਜੀ ਆਇਆ ਕਹਿੰਦਾ ਹਾਂ। ਸੇਵਾ ਨਿਭਾ ਰਿਹਾ ਤੁਹਾਡਾ ਆਪਣਾ ਢਾਡੀ ਜਥਾ ਸਰੰਗੀ ਵਾਦਕ ਗੁਰਜਿੰਦਰ ਸਿੰਘ ਸਮਰਾ, ਢਾਡੀ ਜਗਦੀਪ ਸਿੰਘ ਰੁੜਕਾ ਕਲਾਂ, ਹੀਰਾ ਸਿੰਘ ਦਰਗਾਹਪੁਰ ਨਜ਼ਦੀਕ ਸਰਹਾਲੀ। ਉਹ ਸਰਹਾਲੀ ਜਿਹੜੀ ਮਹਾਂਪੁਰਖਾਂ ਦੀ ਵੱਜਦੀ ਆ, ਸੰਤਾਂ ਦੀ ਸਰਹਾਲੀ ਕਦੇ ਚੋਰਾਂ ਦੀ ਹੋਇਆ ਕਰਦੀ ਸੀ, ਜਿੱਥੇ ਸੱਚਖੰਡ ਵਾਸੀ ਮਹਾਂਪੁਰਖ ਸੰਤ ਬਾਬਾ ਤਾਰਾ ਸਿੰਘ ਸਾਹਿਬ ਜੀ ਹੋਏ ਨੇ। ਅੱਜ ਉਹਨਾਂ ਦੀ ਸਾਲਾਨਾ ਬਰਸੀ ਵੀ ਮਨਾਈ ਜਾ ਰਹੀ ਹੈ। ਸਨਮਾਨਯੋਗ ਬਾਬਾ ਗੁਰਨਾਮ ਸਿੰਘ ਜੀ, ਸੰਤ ਬਾਬਾ ਭੋਲਾ ਸਿੰਘ ਸਾਹਿਬ ਜੀ ਹੋਣੀ ਜਿਸ ਅਸਥਾਨ ਤੇ ਸੇਵਕਪੁਰੀ ਅੱਜ ਮਨਾ ਰਹੇ ਨੇ। ਰਹੋ ਵਿਚਾਰ ਗੁਰਪੁਰੀ ਸੇਵਕਪੁਰੀ ਇਹਨਾਂ ਅਸਥਾਨਾਂ ਤੇ ਹਾਜ਼ਰੀ ਭਰਦੀਆਂ ਨੇ ਬੇਅੰਤ ਸੰਗਤਾਂ। ਖੈਰ ਮੈਂ ਧੰਨਵਾਦ ਕਰਦਾ ਛੋਟੇ ਵੀਰ ਜਗਜੀਤ ਸਿੰਘ ਸਾਊਥਾਲ ਤੋਂ, ਜਿਹੜੇ ਇੰਨੀ ਮੁਹੱਬਤ ਸਾਰੇ ਜਥਿਆਂ ਨਾਲ ਕਰਦੇ ਨੇ। ਉੱਥੇ ਆਪਣੇ ਹੋਣ ਦਾ ਸੱਚਮੁੱਚ ਬੜਾ ਮਾਣ ਬਖਸ਼ਦੇ ਨੇ। ਉਹ ਲੈ ਕੇ ਵੀ ਆਏ ਨੇ ਤੇ ਆਪ ਸੰਗਤ ਨੂੰ ਮੈਂ ਬੈਠਣ ਲਈ ਤਾਕੀਦ ਕਰਦਾ ਤੇ ਮੈਂ ਤੁਰ ਜਾਣ ਦੀ ਬੇਨਤੀ ਕਰਦਾ। ਇਹ ਨਾ ਹੋਵੇ ਕਿ ਵੀ ਸਾਨੂੰ ਬਹਿਣ ਨਹੀਂ ਕਹਿਤਾ ਤੇ ਆਪ ਮੱਥਾ ਟੇਕੇ ਨਾਲੋਂ ਨਾਲ ਹੀ ਰਵਾਨਗੀ ਹੋ ਗਈ ਹੈ। ਮੈਂ ਮੁਆਫੀ ਮੰਗਦਾ। ਲੈਸਟਰ ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ ਪਹੁੰਚਣਾ, ਵੀਰ ਨੇ ਛੱਡ ਕੇ ਸਵੇਰੇ ਫਿਰ ਕੰਮਾਂ ਕਾਰਾਂ ਤੇ ਰੁਝੇਵੇਂ ਨੇ ਇੱਥੇ। ਤੋਂ ਮੈਂ ਤੁਹਾਡੇ ਕੋਲੋਂ ਆਗਿਆ ਲੈਂਦਾ ਹਾਂ। ਆਉਣ ਵਾਲੇ ਸਮੇਂ ਵਿੱਚ ਜਿਵੇਂ ਗੁਰੂ ਨੇ ਕਿਰਪਾ ਕੀਤੀ ਫਿਰ ਕਿਤੇ ਸਮਾਂ ਬਣਿਆ ਹਾਜ਼ਰੀ ਭਰਾਂਗੇ। ਸੁਖਵਿੰਦਰ ਸਿੰਘ ਅਨਮੋਲ ਨਵਾਂ ਸ਼ਹਿਰ ਵਾਲਿਆਂ ਦਾ ਢਾਡੀ ਜਥਾ ਤੁਹਾਡੇ ਕੋਲੋਂ ਆਗਿਆ ਲੈਂਦਾ ਹੈ। ਪਿਆਰ ਸਹਿਤ ਫਤਿਹ ਬੁਲਾਓ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਚਾਰੇ ਸਾਹਿਬਜ਼ਾਦਿਆਂ ਮਾਤਾ ਗੁਜਰ ਕੌਰ ਜੀ ਅਤੇ ਹੋਰ ਬਿਆਨ ਸਿੰਘ ਸਿੰਘਾਂ ਦੀ ਸ਼ਹਾਦਤ ਨੂੰ ਸਮਰਪਿਤ ਜੋ ਸਮਾਗਮ ਚੱਲ ਰਹੇ ਹਨ, ਤਿਨਾਂ ਦੇ ਅੰਦਰ ਭਾਈ